ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋਂ, ਧੰਤਾ ਦੇ ਯੋਗ ਹੋਂ, ਜੋ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਜੀ ਵਿਖੇ ਸੁਭਾਇਮਾਨ ਹੋ ਕੇ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਮਹਾਨ ਪਾਵਨ ਇਤਿਹਾਸ ਨੂੰ ਬੜੇ ਪ੍ਰੇਮ ਨਾਲ ਸੁਣਦੇ ਆ ਰਹੇ ਹੋ। ਗੁਰਸੰਗਤ ਜੀਓ, ਪਿਛਲੇ ਦਿਨਾਂ ਤੋਂ ਆਪ ਜੀ ਨੇ ਬੜੇ ਪ੍ਰੇਮ ਨਾਲ ਸੁਣਿਆ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਕਰਤਾਰਪੁਰ ਸਾਹਿਬ ਵਿਖੇ ਗੁਰੂ ਕੇ ਸਿੱਖ ਪ੍ਰੇਮ ਵਾਲੇ ਬੈਠੇ ਹਨ, ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸਾਨੂੰ ਗਿਆਨ ਦੀ ਵਿਚਾਰ ਦੱਸੋ। ਗੁਰਸਿੱਖੀ ਦੇ ਅੰਦਰ ਯਾਦ ਰੱਖਿਓ, ਕੱਲਾ ਗਿਆਨ ਹੋਣਾ, ਕਿਸੇ ਗੱਲ ਬਾਰੇ ਜਾਣਕਾਰੀ ਹੋਣੀ, ਇਹਨੂੰ ਬਹੁਤ ਵੱਡੀ ਗੱਲ ਨਹੀਂ ਮੰਨੀ। ਜਾਣਕਾਰੀ ਹੋ ਸਕਦੀ ਹੈ ਤੁਹਾਨੂੰ, ਜਿਵੇਂ ਇੱਕ ਛੋਟੇ ਜਿਹੇ ਬੱਚੇ ਨੂੰ ਤੁਸੀਂ ਯਾਦ ਹੀ ਕਰਾ ਦਿਓ, ਵਾਰ-ਵਾਰ ਪੜ੍ਹਾਈ ਚੱਲੋ ਕਿ ਇੱਕ ਗੱਡੀ ਹੈ, ਉਹਦੇ ਸੀਟ 'ਤੇ ਬੈਠਣਾ ਡਰਾਈਵਰ ਨੇ, ਪਹਿਲਾਂ ਸੈਲਫ ਮਾਰੋ, ਫਿਰ ਕਲੱਚ ਦੱਬੋ, ਫਿਰ ਗੇਅਰ ਪਾਓ, ਫਿਰ ਅੱਗੇ ਚੱਲ ਪਏਗੀ ਗੱਡੀ। ਠੀਕ ਹੈ, ਗੱਲਾਂ ਠੀਕ ਹੈ, ਪਰ ਜੋ ਇੱਕ ਅਨੁਭਵ ਇੱਕ ਡਰਾਈਵਰ ਦਾ ਹੈ ਉਹ ਉਸ ਯਾਦ ਕੀਤੀਆਂ ਗੱਲਾਂ ਵਾਲੇ ਦਾ ਨਹੀਂ ਹੁੰਦਾ। ਇਸੇ ਤਰੀਕੇ ਕਿਸੇ ਚੀਜ਼ ਦੀ ਕੇਵਲ ਜਾਣਕਾਰੀ ਹੋਣਾ ਇਹ ਬਹੁਤ ਵੱਡੀ ਪ੍ਰਾਪਤੀ ਨਹੀਂ, ਜਿਤਨਾ ਸਮਾਂ ਉਸ ਚੀਜ਼ ਦਾ ਨਿੱਜੀ ਅਨੁਭਵ ਨੇ। ਇਸੇ ਤਰ੍ਹਾਂ ਹੀ ਅਧਿਆਤਮ ਦੀ ਦੁਨੀਆ ਬਾਰੇ ਕੋਈ ਜਾਣਕਾਰੀ ਹੋਣੀ, ਕੁਝ ਗੱਲਾਂ ਦਾ ਪਤਾ ਲੱਗ ਜਾਣਾ, ਇਹ ਬਹੁਤ ਥੋੜ੍ਹੀ ਜਿਹੀ ਮਿਹਨਤ ਦੀ ਗੱਲ ਹੈ। ਕਿਸੇ ਪੰਡਿਤ ਕਿਸੇ ਵਿਦਵਾਨ ਦੀ ਸੰਗਤ ਹੋ ਜਾਏ ਤੇ ਬੰਦਾ ਯਾਦ ਕਰ ਲੈਂਦਾ ਇਹਨਾਂ ਗੱਲਾਂ ਨੂੰ, ਪਰ ਉਸ ਚੀਜ਼ ਦਾ ਅਨੁਭਵ ਹੋਣਾ, ਇਹਦੇ ਲਈ ਗੁਰੂ ਘਰ ਦੇ ਅੰਦਰ ਪਰਮਾਤਮਾ ਦੀ ਭਗਤੀ, ਵਾਹਿਗੁਰੂ ਦਾ ਸਿਮਰਨ ਸਭ ਤੋਂ ਵੱਡਾ, ਸਭ ਤੋਂ ਉੱਤਮ ਦੱਸਿਆ ਹੈ। ਗੁਰੂ ਦੀ ਮਿਹਰ ਹੋਣੀ, ਇਕੱਲੀ ਦਿਮਾਗ ਦੀ ਕਸਰਤ ਕਹਿ ਲਓ ਕਿ ਇੱਕ ਦੂਜੇ ਦੇ ਨਾਲ ਗੱਲਾਂ ਕਰੀ ਜਾਣੀਆਂ, ਇਹ ਚੀਜ਼ ਹੁੰਦੀ ਹੈ, ਇਹ ਚੀਜ਼ ਹੁੰਦੀ ਹੈ, ਇੱਦਾਂ ਹੁੰਦਾ। ਠੀਕ ਹੈ, ਜ਼ਰੂਰੀ ਜਾਣਕਾਰੀ ਚਾਹੀਦੀ ਹੈ, ਪਰ ਉਹ ਤੋਂ ਸਭ ਤੋਂ ਵੱਡੀ ਹੈ ਪਰਮਾਤਮਾ ਦਾ ਨਾਮ ਸਿਮਰਨ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਕੱਲਾ ਨਿਆਏ ਜਾਂ ਵੈਸ਼ੇਖਿਕ ਮਤ ਦੀ ਤਰ੍ਹਾਂ ਵਸਤੂਆਂ ਦਾ ਗਿਆਨ, ਤਰਕ ਵਿਦਿਆ ਵਿੱਚ ਪ੍ਰਵੀਨਤਾ ਨਹੀਂ ਦੱਸੀ। ਗੁਰੂ ਸਾਹਿਬ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਜੋ ਗੁਰਸਿੱਖਾਂ ਨੂੰ ਦਾਤ ਬਖਸ਼ੀ ਹੈ, ਉਹ ਜੀ ਦਾਨ ਦੇ ਭਗਤੀ ਲਾਇਨ ਹਰਸਿਉ ਲੈਣ ਮਿਲਾਏ। ਆਪਣੇ ਸਿੱਖਾਂ ਨੂੰ ਜੀਵਨ ਦਾਨ ਦਿੰਦੇ ਹਨ, ਭਗਤੀ ਦੀ ਦਾਤ ਦਿੰਦੇ ਹਨ। ਤਾਂ ਜਿਹੜੇ ਭਗਤੀ ਵਾਲੇ ਗੁਰਸਿੱਖ ਹੁੰਦੇ ਹਨ, ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਜੋ ਸ਼ਾਸਤਰਾਂ ਵਿੱਚ ਗ੍ਰੰਥਾਂ ਵਿੱਚ ਲਿਖੀਆਂ ਹਨ, ਉਹਨਾਂ ਨੂੰ ਉਹਨਾਂ ਦਾ ਗਿਆਨ ਹੋ ਜਾਂਦਾ ਹੈ ਸਹਿਜੇ ਹੀ। ਤਾਂ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਵੀ, ਜਿੱਥੇ ਆਪ ਜੀ ਭਗਤੀ ਦਾ ਮਾਰਗ ਦੱਸ ਰਹੇ ਹੋ, ਉੱਥੇ ਸਾਨੂੰ ਵੀ ਗਿਆਨ ਦਾ ਮਾਰਗ ਵੀ ਦੱਸੋ ਕਿ ਗਿਆਨ ਵਾਲੇ ਜਿਹੜੇ ਵਿਦਵਾਨ ਜਨ ਹਨ ਉਹ ਕਿਸ ਤਰੀਕੇ ਆਤਮਿਕ ਗਿਆਨ ਦੀ ਪ੍ਰਾਪਤੀ ਦੀ ਗੱਲ ਕਰਦੇ ਹਨ।
ਉਹਦੇ ਲਈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਸਿੱਖਾਂ ਨੂੰ ਗੱਲਾਂ ਦੱਸੀਆਂ, ਕੁਝ ਆਪ ਜੀ ਨੇ ਪਰਸੋਂ ਸੁਣ ਲਈਆਂ ਨੇ, ਕੱਲ੍ਹ ਵੀ ਥੋੜ੍ਹੀ ਵਿਚਾਰ ਆਪ ਜੀ ਨੇ ਗਿਆਨੀ ਜੀ ਤੋਂ ਸੁਣੀ ਹੈ। ਆਓ ਅੱਜ ਫੇਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਨੂੰ ਫੇਰ ਦੱਸ ਰਹੇ ਆ ਵੀ ਸਰੀਰ ਕਿਹੜੇ ਕਿਹੜੇ ਹੁੰਦੇ ਆ। 3 ਸਰੀਰ ਹਨ, 5 ਕੋਸ਼ ਹਨ, ਕਿਵੇਂ ਕਿਵੇਂ ਇਹਨਾਂ ਦੀ ਖੇਡ ਹੈ, ਉਹ ਸਾਰਾ ਕੁਝ ਅੱਜ ਦੇ ਪ੍ਰਕਰਨ ਵਿੱਚ ਅਸੀਂ ਸੁਣਾਂਗੇ। ਲਾਜ਼ਮੀ ਇਕਾਗਰਤਾ ਹੈ, ਉਹਦੀ ਬੜੀ ਜ਼ਰੂਰਤ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਲਈ। ਨਾਲੋਂ ਨਾਲ ਸੁਰਤ ਦੇ ਵਿੱਚ ਸਿਮਰਨ ਚੱਲਦਾ ਰਹੇ ਤਾਂ ਕਿ ਗੁਰੂ ਸਾਹਿਬ ਦੇ ਦੱਸੇ ਉਪਦੇਸ਼ ਹਿਰਦੇ ਵਿੱਚ ਵਸ ਜਾਣ। ਆਓ ਹਾਜ਼ਰੀਆਂ ਲਵਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖਾਂ ਨੂੰ ਦੱਸਿਆ ਕਿ ਸਿੱਖੋ, ਭਾਈ ਗੁਰਮੁਖੋ, ਜਿਹੜਾ ਜੀਵ ਹੈ ਜਿਹਨੂੰ ਹਜੇ ਆਤਮਿਕ ਗਿਆਨ ਪ੍ਰਾਪਤ ਨਹੀਂ ਹੋਇਆ, ਬ੍ਰਹਮ ਗਿਆਨ ਦੀ ਦਾਤ ਨਹੀਂ ਮਿਲੀ, ਜਾਂ ਇਉਂ ਕਹਿ ਲਓ ਜਿਸ ਨੇ ਹਜੇ ਤੱਕ ਗੁਰੂ ਕਿਰਪਾ ਨਹੀਂ ਪ੍ਰਾਪਤ ਕੀਤੀ ਔਰ ਆਪਣੀ ਆਤਮਾ ਦਾ, ਆਪਣੇ ਸਰੂਪ ਦਾ ਪਤਾ ਨਹੀਂ ਲੱਗਿਆ, ਉਹ ਫਿਰ ਜਨਮ ਮਰਨ ਵਿੱਚ ਭਟਕਦਾ ਰਹਿੰਦਾ ਹੈ। ਕਦੇ ਜਨਮ ਲੈ ਲਿਆ, ਕਦੇ ਮਰ ਗਿਆ, ਇਸ ਤਰ੍ਹਾਂ ਦਾ ਇਨਸਾਨ। ਤੇ ਮਹਾਰਾਜ ਕਹਿੰਦੇ ਉਹ ਜੀਵ ਅਲਪੱਗ ਹੈ, ਬ੍ਰਹਮ ਗਿਆਨੀ ਨਹੀਂ ਹੈ। ਬ੍ਰਹਮ ਗਿਆਨੀ ਜਨਮ ਮਰਨ ਤੋਂ ਬਾਹਰਾ ਹੁੰਦਾ ਹੈ। ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜੱਗ ਵਿੱਚ ਆਏ। ਭਾਈ ਗੁਰਦਾਸ ਜੀ ਨੇ ਮਹਾਤਮਾ ਦੀ ਗੱਲ ਕੀਤੀ ਹੈ। ਪਰ ਆਮ ਜੀਵ ਜਦੋਂ ਜਨਮ ਲੈਂਦਾ ਤੇ 3 ਸਰੀਰਾਂ ਵਿੱਚ ਦੀ ਵਿਚਰਦਾ ਹੈ। 3 ਸਰੀਰ ਹਰ ਕਿਸੇ ਕੋਲ, ਸਾਡੇ ਕੋਲ ਹਨ ਜੀ। ਗੁਰੂ ਜੀ ਕਹਿੰਦੇ 3 ਸਰੀਰ ਧਾਰਨ ਕਰਦਾ ਹੈ ਤੇ ਵਾਰ-ਵਾਰ ਫਿਰ ਜੱਗ ਵਿੱਚ ਆਉਂਦਾ, ਚਲਾ ਜਾਂਦਾ, ਫਿਰ ਜੰਮਦਾ, ਫਿਰ ਮਰਦਾ। ਇਹ ਸਾਰੀ 3 ਸਰੀਰਾਂ ਦੀ, ਸਾਡੇ ਸਾਰਿਆਂ ਦੇ ਕੋਲ 3 ਸਰੀਰ ਹਨ, 3 ਤਰ੍ਹਾਂ ਦੇ। ਉਹਨਾਂ ਦੇ ਵਿੱਚ ਦੀ ਜੀਵ ਭਟਕਦਾ ਹੈ, ਘੁੰਮਦਾ ਰਹਿੰਦਾ ਹੈ। ਸਿੱਖ ਕਹਿੰਦੇ ਮਹਾਰਾਜ ਜੀ 3 ਤਰ੍ਹਾਂ ਦੇ ਕਿਹੜੇ ਹੋਏ? 3 ਸਰੀਰਾਂ ਦੀ ਕਿਹੜਿਆਂ ਦੀ ਗੱਲ ਕਰ ਰਹੇ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਸਿੱਖੋ, ਪਹਿਲਾਂ ਤਾਂ ਜਿਹੜਾ ਸਾਨੂੰ ਸਾਰਿਆਂ ਨੂੰ ਦਿਖ ਰਿਹਾ ਸਰੀਰ, ਇਹਨੂੰ ਅਸੀਂ ਸਥੂਲ ਕਹਿੰਦੇ ਹਾਂ। ਸਥੂਲ ਸਤਿਗੁਰੂ ਜੀ ਕਹਿੰਦੇ ਇੱਕ ਤੇ ਇਹ ਸਥੂਲ ਸਰੀਰ ਆ ਜਿਹੜਾ ਸਾਡੇ ਸਾਰਿਆਂ ਦਾ ਅਸੀਂ ਦੇਖ ਰਹੇ ਹਾਂ ਨਾ, ਤੁਹਾਡੇ ਕੋਲ ਸਾਰਿਆਂ ਕੋਲ ਇਹ ਸਰੀਰ ਹੈ ਜਿਹਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਹਨੂੰ ਅਸੀਂ ਛੂਹ ਸਕਦੇ ਹਾਂ, ਇਹਨੂੰ ਸਥੂਲ ਸਰੀਰ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਗੁਰਮੁਖੋ, ਇਹ ਜਿਹੜਾ ਸਰੀਰ ਹੈ ਬੰਦਾ ਇਹਦੇ ਵਿੱਚ ਹਉ ਭਾਵ ਰੱਖਦਾ। ਆਮ ਤੌਰ 'ਤੇ ਸੋਚਦਾ ਮੈਂ ਸਰੀਰ ਹਾਂ। ਜਿਹੜੇ ਬੰਦੇ ਇਸ ਸਰੀਰ ਨੂੰ ਆਪਣਾ ਰੂਪ ਸਮਝਦੇ, ਉਹਨਾਂ ਦਾ ਸਾਰਾ ਹੀ ਦਿਨ ਵਾਰ-ਵਾਰ ਇਹਨੂੰ ਸਜਾਉਣ 'ਚ ਲੰਘ ਜਾਂਦਾ। ਕਦੇ ਸ਼ੀਸ਼ੇ ਮੂਹਰੇ ਖੜ੍ਹ ਗਿਆ, ਕਦੇ ਕਿਤੇ ਚਲਾ ਗਿਆ, ਕਦੇ ਕਿਤੇ ਚਲਾ ਗਿਆ। ਬਸ ਗੁਰੂ ਕਾ ਸਿੱਖ ਹੈ ਜਿਹੜਾ, ਉਹ ਇਸ ਸਰੀਰ ਨੂੰ ਪਰਮਾਤਮਾ ਦੀ ਦਾਤ ਸਮਝਦਾ ਹੈ, ਇਹਨੂੰ ਸਾਂਭ ਕੇ ਰੱਖਦਾ, ਸਾਫ ਸੁਥਰਾ ਰੱਖਦਾ। ਪਰ ਇਸ ਸਰੀਰ ਨੂੰ ਆਪਣਾ ਰੂਪ ਨਹੀਂ ਸਮਝਦਾ। ਉਹ ਸਮਝਦਾ ਵੀ ਇਹ ਸਰੀਰ ਨੂੰ ਛੱਡ ਕੇ ਜਾਣਾ ਇੱਕ ਦਿਨ। ਆਮ ਬੰਦਾ ਇਸ ਸਰੀਰ ਦੀ ਇੰਨੀ ਹੰਗਤਾ ਕਰਦਾ ਹੈ ਕਿ ਦੂਜਿਆਂ ਨਾਲ ਨਫ਼ਰਤ ਕਰਦਾ ਹੈ ਕਿ ਮੈਂ ਬੜਾ ਸੋਹਣਾ ਹਾਂ, ਮੈਂ ਬੜਾ ਉੱਚਾ ਹਾਂ, ਮੈਂ ਬੜਾ ਤਾਕਤਵਰ ਹਾਂ। ਨਾ, ਗੁਰਸਿੱਖ ਇੱਦਾਂ ਦਾ ਨਹੀਂ ਹੁੰਦਾ। ਗੁਰਸਿੱਖ ਇਹ ਸਰੀਰ ਨੂੰ ਆਪਣਾ ਸਰੂਪ ਨਹੀਂ ਜਾਣਦਾ, ਪਰ ਆਮ ਬੰਦਾ ਇਸ ਸਰੀਰ ਨੂੰ ਹੀ ਆਪਣਾ ਆਪਾ ਰੂਪ ਜਾਣੀ ਜਾਂਦਾ ਹੈ। ਸਿੱਖ ਕਹਿੰਦੇ ਠੀਕ ਹੈ ਮਹਾਰਾਜ, ਸਮਝ ਲੱਗ ਗਈ। ਇਹ ਸਰੀਰ ਇੱਕ ਤੇ ਇਹ ਹੋ ਗਿਆ, ਦੂਜਾ ਕਿਹੜਾ ਜੀ? ਦੂਜਾ ਵੀ ਕੋਈ ਸਰੀਰ ਹੁੰਦਾ? ਮਹਾਰਾਜ ਕਹਿੰਦੇ ਹਾਂ, ਇੱਕ ਹੋਰ ਸਰੀਰ ਹੈ। ਇਹ ਸਰੀਰ ਦੇ ਅੰਦਰ ਹੈ ਭਾਈ। ਉਹ
ਕਹਿੰਦੇ ਮਹਾਰਾਜ ਉਹ ਕਿਹੜਾ, ਮਹਾਰਾਜ ਕਹਿੰਦੇ ਉਹਨੂੰ ਸੂਖਸ਼ਮ ਕਹਿ ਦਿੰਦੇ, ਸੂਖਸ਼ਮ ਬਰੀਕ ਸਰੀਰ, ਬੜਾ ਬਰੀਕ ਹੈ। ਲਿੰਗ ਸਰੀਰ ਉਹਦਾ ਨਾਮ ਵਿਦਵਾਨਾਂ ਨੇ ਰੱਖਿਆ। ਮਹਾਰਾਜ ਕਹਿੰਦੇ ਉਹ ਬੜਾ ਬਰੀਕ ਹੈ। ਆ ਜਿਹੜਾ ਬਾਹਰਲਾ ਸਰੀਰ ਹੈ ਇਹਦੇ ਵਿੱਚ ਉਹ ਸਰੀਰ ਹੁੰਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਿੱਖ ਕਹਿੰਦੇ, ਮਹਾਰਾਜ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਸਾਨੂੰ ਦੱਸ ਦਿਓ ਕਿਹੜਾ ਹੈ। ਮਹਾਰਾਜ ਕਹਿੰਦੇ ਉਹ ਜਿਹੜਾ ਸੂਖਸ਼ਮ ਸਰੀਰ ਹੈ, ਜੋ ਜਦੋਂ ਬੰਦਾ ਮਰਦਾ ਹੈ ਇਹ ਸਰੀਰ ਇੱਥੇ ਹੀ ਪਿਆ ਰਹਿ ਜਾਂਦਾ ਹੈ। ਉਹ ਸੂਖਸ਼ਮ ਸਰੀਰ ਇੱਥੋਂ ਸਰੀਰ ਇਹ 'ਚੋਂ ਨਿਕਲਦਾ, ਫਿਰ ਜਿਹਨੂੰ ਯਮਦੂਤ ਬੰਨ੍ਹ ਕੇ ਲਿਜਾਂਦੇ ਹਨ, ਜਿਹਦੇ ਨਾਲ ਮਾਰਾਂ ਖਾਂਦਾ ਹੈ, ਜਿਹਨੂੰ ਜਪਜੀ ਅੱਜ ਇਹਨੂੰ ਆਸਾ ਕੀ ਵਾਰ ਦੀ ਕਪੌੜੀ 'ਚ ਲਿਖਿਆ ਨਾ, ਮਹਾਰਾਜ ਕਹਿੰਦੇ ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਦਾਇਆ। ਕਹਿੰਦੇ ਭੋਗ ਜੇ ਭੋਗ ਲਏ ਇਹ ਸਰੀਰ ਨਾਲ, ਇਹ ਸਰੀਰ ਤਾਂ ਭਸਮ ਦੀ ਮੜੀ ਬਣ ਗਿਆ, ਪਰ ਭੌਰ ਜਿਹੜਾ ਇਹਦੇ ਵਿੱਚ ਵਸਦਾ ਹੈ ਸੂਖਸ਼ਮ ਸਰੀਰ ਉਹ ਚਲਾ ਜਾਂਦਾ ਹੈ। ਵੱਡਾ ਹੋਆ ਦੁਨੀਦਾਰ, ਦੁਨੀਆਦਾਰ ਦੁਨੀਆ ਵਿੱਚੋਂ ਵੱਡਾ ਕਰ ਦਿੱਤਾ। ਕਹਿੰਦੇ ਜੀ ਬਜ਼ੁਰਗ ਵੱਡਾ ਕਰ ਦਿੱਤਾ, ਵਡੇਰਾ ਹੋ ਗਿਆ, ਮਤਲਬ ਉਹਦਾ ਪਿਛਲੀ ਕਿਰਿਆ ਸਾਰੀ ਹੋ ਜਾਂਦੀ ਹੈ। ਪਰ ਨਾਲ ਕਹਿੰਦੇ ਗਲ ਸੰਗਲ ਘੱਤ ਚਲਾਇਆ, ਤੇਰੇ ਗਲ 'ਚ ਸੰਗਲ ਪਾ ਲਿਆ ਤੇ ਖਿੱਚ ਕੇ ਲੈ ਗਏ। ਉਹ ਭਾਈ ਸਰੀਰ ਤੇ ਤੁਹਾਡਾ ਇੱਥੇ ਭਸਮ ਦੀ ਮੜੀ ਹੋ ਗਿਆ। ਉਹ ਕਿਹੜੀ ਚੀਜ਼ ਹੈ ਜਿਹਦੇ ਗਲ 'ਚ ਸੰਗਲ ਪਾਏ ਜਾਂਦੇ ਹਨ? ਮਹਾਰਾਜ ਕਹਿੰਦੇ ਉਹ ਸੂਖਸ਼ਮ ਸਰੀਰ ਹੈ। ਕਿਵੇਂ? ਜਿਵੇਂ ਸੁਪਨਾ ਆਉਂਦਾ ਹੈ, ਸੁਪਨੇ ਦੇ ਵਿੱਚ ਕੋਈ ਦੁੱਖ ਦੇਖਦੇ ਹਾਂ, ਕੋਈ ਸੁਪਨੇ ਦੇ ਵਿੱਚ ਸਾਡੇ ਹੱਥ ਦੇ ਵਿੱਚ ਰੱਸੀ ਪਾ ਲਏ, ਸਾਡੇ ਹੱਥ ਦੇ ਉੱਤੇ ਕੋਈ ਪੈਰ ਦੇ ਵਿੱਚ ਕੋਈ ਬੇੜੀ ਪਾ ਲਏ, ਗਲ ਦੇ ਵਿੱਚ ਕੋਈ ਚੇਨ ਪਾ ਲਏ, ਗੁੱਟ ਉੱਤੇ ਕੋਈ ਘੜੀ ਬੰਨ੍ਹ ਲਏ, ਸੁਪਨੇ 'ਚੋਂ ਲੱਗਦੀ ਆ ਉੱਦਾਂ ਹੀ। ਪਰ ਜਦੋਂ ਜਾਗੀਏ ਤੇ ਸਰੀਰ ਦੇਖੀਦਾ, ਸਰੀਰ ਤੇ ਉੱਦਾਂ ਹੀ ਪਿਆ ਹੁੰਦਾ। ਸਰੀਰ ਤੇ ਕੋਈ ਘੜੀ ਨਹੀਂ, ਕੋਈ ਰੱਸੀ ਨਹੀਂ, ਕੋਈ ਗਲ 'ਚ ਸੋਨੇ ਦੀ ਚੇਨ ਨਹੀਂ, ਕੁਛ ਨਹੀਂ। ਸੁਪਨੇ 'ਚ ਜਦੋਂ ਦੇਖਦੇ ਹਾਂ ਸਭ ਕੁਝ ਹੁੰਦਾ। ਤਾਂ ਇਸ ਤਰੀਕੇ ਸੁਪਨੇ ਦੇ ਵਿੱਚ ਜਿਹੜਾ ਸਰੀਰ ਕੰਮ ਕਰਦਾ ਉਹ ਸੂਖਸ਼ਮ ਸਰੀਰ ਕੰਮ ਕਰਦਾ। ਸੂਖਮ ਸਰੀਰ ਕੀ ਹੁੰਦਾ ਇਹਦੇ ਬਾਰੇ 17 ਚੀਜ਼ਾਂ ਕੰਮ ਕਰਦੀਆਂ ਨੇ ਸੂਖਮ ਸਰੀਰ ਦੇ ਵਿੱਚ। 17 ਕਿਵੇਂ? 5 ਸਾਡੇ ਗਿਆਨ ਇੰਦਰੇ ਜਿਹੜੇ ਸਾਨੂੰ ਗਿਆਨ ਦਿੰਦੇ ਆ, ਜਾਣੀ ਸੁਪਨੇ ਵਿੱਚ ਅਸੀਂ ਦੇਖਦੇ ਵੀ ਹੁੰਦੇ ਹਾਂ, ਸੁਪਨੇ 'ਚ ਅਸੀਂ ਸੁਣਦੇ ਵੀ ਹੁੰਦੇ ਹਾਂ, ਬੋਲਦੇ ਵੀ ਹਾਂ, ਖਾਂਦੇ ਹਾਂ ਚੀਜ਼ ਉਹਦਾ ਸਵਾਦ ਵੀ ਲੈਂਦੇ ਹਾਂ, ਕੋਈ ਚੀਜ਼ ਸੁੰਘਦੇ ਹਾਂ ਉਹਦੀ ਖੁਸ਼ਬੂ ਵੀ ਆਉਂਦੀ ਹੈ, ਚਮੜੀ ਦੇ ਨਾਲ ਕਿਸੇ ਚੀਜ਼ ਨੂੰ ਟੱਚ ਕਰਦੇ ਹਾਂ ਸਪਰਸ਼ਤਾ ਦਾ ਸੁੱਖ ਵੀ ਆਉਂਦਾ। ਤਾਂ ਉਹ 5 ਗਿਆਨ ਇੰਦਰੇ, 5 ਕਰਮ ਇੰਦਰੇ। 5 ਗਿਆਨ ਇੰਦਰੇ ਕਿਹੜੇ ਕਿਹੜੇ ਨੇ? ਥੋੜ੍ਹਾ ਜਿਹਾ ਧਿਆਨ ਦੇ ਲਓ। ਅੱਖਾਂ ਇੱਕ, ਦੋਵੇਂ ਅੱਖਾਂ ਇੱਕ ਇੰਦਰ ਹੈ, ਜਣੀ 2 ਨਾ ਗਿਣੋ ਇਹਨਾਂ ਨੂੰ। ਇੱਕ ਇੰਦਰਾ ਅੱਖਾਂ ਦਾ, ਦੂਜਾ ਇੰਦਰਾ ਰਸਨਾ ਦਾ, ਜਿਹੜੀ ਸਵਾਦ ਦੱਸਦੀ ਹੈ, ਗਿਆਨ ਦਿੰਦੀ ਹੈ ਵੀ ਮਿੱਠਾ ਹੈ, ਕੌੜਾ ਹੈ, ਕੁਸੈਲਾ ਹੈ, ਨਮਕੀਨ ਹੈ, ਖੱਟਾ ਹੈ, ਫਿੱਕਾ ਹੈ। 6 ਰਸ ਹੁੰਦੇ ਆ। ਤਾਂ ਜਿਹੜੀ ਸਾਨੂੰ ਰਸ ਦੱਸੇ, ਸਵਾਦ ਦੱਸੇ, ਉਹ ਰਸਨਾ ਗਿਆਨ ਇੰਦਰਾ। ਜਿਹੜੀ ਸਾਨੂੰ ਰੰਗ ਰੂਪ ਦੱਸੇ, ਕਿਹੜਾ ਹੈ, ਕਾਲਾ ਹੈ, ਚਿੱਟਾ ਹੈ, ਹਰਾ ਹੈ, ਲਾਲ ਹੈ, ਪੀਲਾ ਹੈ, ਜਿਹੜੀ ਇਹ ਗਿਆਨ ਦੇਵੇ ਉਹਨੂੰ ਅੱਖਾਂ ਨੂੰ, ਉਹ ਵੀ ਗਿਆਨ ਇੰਦਰਾ। ਕੰਨ ਜੋ ਸਾਨੂੰ ਗਿਆਨ ਦੇਣੇ ਨੇ ਕੀ ਬੋਲਿਆ, ਉਹ ਵੀ ਗਿਆਨ ਇੰਦਰਾ। ਤੇ ਸਾਧ ਸੰਗਤ ਚਮੜੀ ਸਾਨੂੰ ਗਿਆਨ ਦਿੰਦੀ ਹੈ ਕਿਹੜੀ ਚੀਜ਼ ਠੰਡੀ ਹੈ, ਕਿਹੜੀ ਚੀਜ਼ ਗਰਮ ਹੈ, ਕਿਹੜੀ ਚੀਜ਼ ਸਖਤ ਹੈ, ਕਿਹੜੀ ਚੀਜ਼ ਨਰਮ ਹੈ। ਇਸ ਤਰੀਕੇ ਠੰਡਾ ਤੱਤਾ, ਸਖਤ ਨਰਮ, ਇਹਨਾਂ ਚੀਜ਼ਾਂ ਦਾ ਜੋ ਸਾਧ ਸੰਗਤ ਸਾਨੂੰ ਗਿਆਨ ਦੇਵੇ, ਉਹ ਚਮੜੀ ਆ ਸਾਡੇ ਸਰੀਰ ਦੇ ਵਿੱਚ ਜਿੱਥੇ ਵੀ ਲੱਗੀ ਹੋਈ ਆ, ਸਾਰੀ ਚਮੜੀ ਇਹ ਚੀਜ਼ਾਂ ਨੂੰ ਦੱਸੇਗੀ। ਭਾਵੇਂ ਤੁਸੀਂ ਪੈਰ ਦਾ ਅੰਗੂਠਾ ਕਿਸੇ ਠੰਡੀ ਚੀਜ਼ ਨਾਲ ਲਾ ਲਓ, ਦੱਸੇਗਾ ਚੀਜ਼ ਠੰਡੀ ਹੈ। ਭਾਵੇਂ ਤੁਸੀਂ ਉਂਗਲ ਲਾ ਲਓ, ਗਰਮ ਵੀ ਦੱਸੇਗਾ, ਨਰਮ ਵੀ ਦੱਸੇਗਾ। ਇਸ ਲਈ ਚਮੜੀ ਸਾਰੇ ਸਰੀਰ ਦੀ ਇਹ ਵੀ ਇੱਕ ਗਿਆਨ ਇੰਦਰਾ ਹੈ।
ਤਾਂ ਅੱਖਾਂ, ਕੰਨ, ਰਸਨਾ, ਚਮੜੀ, ਨਾਸਕਾ, ਇਹ ਸਾਰੇ ਦੇ ਸਾਰੇ ਸਾਧ ਸੰਗਤ ਜੀ ਗਿਆਨ ਇੰਦਰੇ ਹਨ। ਪੰਜੇ ਗਿਆਨ ਇੰਦਰੇ ਨੇ। ਪੰਜੇ ਸਾਡੇ ਕਰਮ ਇੰਦਰੇ ਜਿਨ੍ਹਾਂ ਦੇ ਨਾਲ ਅਸੀਂ ਕਿਰਿਆ ਕਰਦੇ ਹਾਂ। ਹੱਥ, ਪੈਰ, ਜੀਭ ਦੋ ਕੰਮ ਕਰਦੀ ਹੈ। ਇੱਕ ਗਿਆਨ ਵੀ ਦਿੰਦੀ ਹੈ ਖੱਟੇ ਮਿੱਠੇ ਦਾ, ਦੂਜਾ ਕਿਰਿਆ ਵੀ ਕਰਦੀ ਹੈ। ਜਦੋਂ ਬੋਲਦੇ ਹਾਂ ਉਦੋਂ ਕਰਮ ਇੰਦਰਾ ਹੁੰਦਾ ਹੈ। ਤਾਂ ਇੱਕ ਜੀਭ, ਇੱਕ ਇੰਦਰਾ, ਪੈਰ ਦੂਜਾ, ਪੈਰਾਂ ਨਾਲ ਚੱਲ ਕੇ ਜਾਂਦੇ, ਹੱਥ ਤੀਜਾ, ਕਿਸੇ ਚੀਜ਼ ਨੂੰ ਫੜਦੇ, ਆਦਾਨ ਪ੍ਰਦਾਨ ਕਰਦੇ, ਲੈਂਦੇ ਦਿੰਦੇ, ਤਿੰਨ। ਅਤੇ ਦੋ ਸਾਡੇ ਗੁਪਤ ਇੰਦਰੇ ਹੈ, ਉਪਸਥ ਇੰਦਰੇ, ਜਿਨ੍ਹਾਂ ਨੂੰ ਸ਼ਾਸਤਰਕਾਰਾਂ ਨੇ ਲਿਖਿਆ ਹੈ। ਉਹਨਾਂ ਦੇ ਨਾਲ ਅਸੀਂ ਮਲ ਮੂਤਰ ਵਿਸਰਜਨ ਕਰਦੇ ਹਾਂ, ਕਿਰਿਆ ਕਰਦੇ ਹਾਂ। ਤਾਂ ਪੰਜ ਸਾਡੇ ਇਹ ਗਿਆਨ ਇੰਦਰੇ, ਪੰਜ ਸਾਡੇ ਕਰਮ ਇੰਦਰੇ, ਇਹ 10 ਹੋ ਗਏ। ਅਤੇ ਪੰਜ ਪ੍ਰਾਣ ਜਿਹੜੇ ਸਾਡੇ ਅੰਦਰ ਸਵਾਸ ਚੱਲਦੇ ਆ। ਜਾਂ ਇਉਂ ਕੁਝ ਵਿਦਵਾਨਾਂ ਨੇ ਪੰਜ ਗਿਆਨ ਇੰਦਰਿਆਂ ਦੇ ਜਿਹੜੇ ਵਿਸ਼ੇ ਆ, ਜਿਹਨੂੰ ਸ਼ਬਦ, ਸਪਰਸ਼, ਰੂਪ, ਰਸ, ਗੰਧ ਆਖਿਆ। ਕੰਨ ਤੇ ਹੈ, ਪਰ ਜਿਹੜਾ ਉਹਦਾ ਵਿਸ਼ਾ ਉਹ ਹੈ ਸ਼ਬਦ ਹੈ। ਚਮੜੀ ਤਾਂ ਹੈ, ਪਰ ਅੰਦਰ ਉਹਦਾ ਵਿਸ਼ਾ ਜਿਹੜਾ ਸਪਰਸ਼ਤ ਹੈ। ਅੱਖਾਂ ਤਾਂ ਹੈ, ਅੱਖਾਂ ਜਿਹੜੀ ਚੀਜ਼ ਨੂੰ ਦੇਖਦੀਆਂ ਉਹ ਰੂਪ ਹੈ। ਜੀਭ ਤੇ ਹੈ, ਪਰ ਜਿਸ ਚੀਜ਼ ਨੂੰ ਮਹਿਸੂਸ ਕਰਦੀ ਹੈ ਉਹ ਰਸ, ਨੱਕ, ਗੰਧ ਨੂੰ। ਪੰਜ ਗਿਆਨ ਇੰਦਰੇ, ਪੰਜ ਇਹਨਾਂ ਦੇ ਵਿਸ਼ੇ ਜਾਂ ਪੰਜ ਕਰਮ ਇੰਦਰੇ। ਕੁਝ ਵਿਦਵਾਨਾਂ ਨੇ ਪੰਜ ਵਿਸ਼ਿਆਂ ਨੂੰ ਛੱਡ ਕੇ ਪੰਜ ਸਵਾਸ ਮੰਨੇ ਆ, ਜਿਵੇਂ ਸਮਾਨ ਹੈ, ਵਿਆਨ ਹੈ, ਉਦਿਆਨ ਹੈ, ਪ੍ਰਮਾਣ ਹੈ, ਪ੍ਰਾਣ ਹੈ। ਪੰਜ ਸਾਡੇ ਸਰੀਰ ਵਿੱਚ ਪੰਜ ਜਗ੍ਹਾ ਵੱਖੋ ਵੱਖਰੇ ਹਵਾ ਹੈ, ਉਹਨਾਂ ਦੇ ਵੱਖੋ ਵੱਖਰੇ ਨਾਂ ਹਨ। ਤਾਂ ਜਿਹੜਾ ਸਾਡਾ ਇਹ 15 ਹੋ ਗਏ, ਇੱਕ ਮਨ ਅਤੇ ਇੱਕ ਬੁੱਧ, ਇਹ 17 ਚੀਜ਼ਾਂ ਜਦੋਂ ਹੁੰਦੀਆਂ ਉਦੋਂ ਸੂਖਸ਼ਮ ਸਰੀਰ ਹੁੰਦਾ। ਜਦੋਂ ਕੋਈ ਜੀਵ ਚੜ੍ਹਾਈ ਕਰਦਾ, ਮਰਦਾ, ਜਾਂਦਾ ਹੈ, ਉਦੋਂ ਇਹਦੇ ਸਰੀਰ 'ਚ ਇਹ 17 ਚੀਜ਼ਾਂ ਨਹੀਂ ਹੁੰਦੀਆਂ। ਸਰੀਰ ਪਿਆ, ਪਰ ਇਹਦੇ 'ਚ ਸਾਹ ਨਹੀਂ ਹੁੰਦੇ, ਸਵਾਸ ਹੈ ਜਿਹੜੇ ਹੁੰਦੇ ਨੇ। ਪੰਜ ਦੀ ਪੰਜ ਥਾਂ ਤੋਂ ਜਿਹੜੇ ਛਾਤੀ ਤੱਕ ਹੈ, ਪੇਟ ਦੇ ਸਵਾਸ ਹੈ ਜਿਹੜੇ ਜਿੱਥੇ ਜਿੱਥੇ ਕੰਮ ਕਰਦਾ, ਇਹ ਸਾਰਾ ਪ੍ਰਾਣ ਸਾਡੇ ਪੰਜੇ ਗਿਆਨ ਇੰਦਰੇ ਕੰਮ ਕਰਨ ਨੂੰ ਹਟ ਜਾਂਦੇ, ਪੰਜੇ ਕਰਮ ਇੰਦਰੇ ਕੰਮ ਕਰਨ ਨੂੰ ਹਟ ਜਾਂਦੇ, ਸਾਡੇ ਪ੍ਰਾਣ ਕੰਮ ਕਰਨ ਨੂੰ ਹਟ ਜਾਂਦੇ, ਫਿਰ ਸਾਡਾ ਮਨ ਅਤੇ ਬੁੱਧ ਵੀ ਨਹੀਂ ਹੁੰਦਾ। ਇਹ 17 ਚੀਜ਼ਾਂ ਸਾਡਾ ਸੂਖਸ਼ਮ ਸਰੀਰ ਹੈ। ਇਸ ਸਰੀਰ ਨੂੰ ਛੱਡ ਕੇ ਚਲੇ ਜਾਂਦੇ ਆ। ਸੂਖਸ਼ਮ ਸਰੀਰ ਉਹਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਹਨ, ਇਹ ਜਾਣੋ ਜੀ, ਹਾਂ, ਇਹ ਤੁਹਾਨੂੰ 17 ਚੀਜ਼ਾਂ, ਥੋੜ੍ਹਾ ਜਿਹਾ ਇਹ ਔਖਾ ਕੰਮ ਹੈ, ਪਰ ਜਦੋਂ ਤੁਸੀਂ ਇੱਕ ਵਾਰ ਦਿਮਾਗ 'ਚ ਬਿਠਾ ਲਈਆਂ ਚੀਜ਼ਾਂ ਸਾਡੇ ਆਪਣੇ ਸਰੀਰ ਦੀਆਂ ਨੇ, ਕਿਹੜਾ ਕੋਈ ਤੁਹਾਨੂੰ ਬਾਹਰਲੀਆਂ ਚੀਜ਼ਾਂ ਦੱਸ ਰਹੇ ਹਾਂ। ਇਹ ਤਾਂ ਤੁਹਾਡੇ ਸਾਰਿਆਂ ਦੇ ਵਿੱਚ ਹੈ। ਪੰਜ ਕਰਮ ਇੰਦਰੇ ਤੁਸੀਂ ਸਾਰੇ ਵਰਤਦੇ ਹੀ ਹੋ। ਹੱਥ, ਪੈਰ, ਜੀਭ ਬੋਲਣ ਦੇ ਲਈ, ਤੁਹਾਡੇ ਦੋ ਗੁਪਤ ਇੰਦਰੇ, ਉਪਸਥ ਇੰਦਰੇ ਮਲ ਮੂਤਰ ਤਿਆਗਣ ਦੇ ਲਈ ਤੁਹਾਡੇ ਸਾਰਿਆਂ ਕੋਲ ਨੇ। ਅਤੇ ਪੰਜ ਗਿਆਨ ਇੰਦਰੇ, ਅੱਖਾਂ ਨਾਲ ਤੁਸੀਂ ਵੇਖਦੇ ਹੋ, ਕੰਨਾਂ ਨਾਲ ਤੁਸੀਂ ਸੁਣਦੇ ਹੋ, ਚਮੜੀ ਨਾਲ ਤੁਸੀਂ ਸਪਰਸ਼ ਕਰਦੇ ਹੋ, ਜੀਭ ਨਾਲ ਤੁਸੀਂ ਰਸ ਭੋਗਦੇ ਹੋ, ਨੱਕ ਰਸ ਦੇਖਦੇ ਹੋ, ਨੱਕ ਨਾਲ ਤੁਸੀਂ ਸੁੰਘਦੇ ਹੋ ਕਿਸੇ ਚੀਜ਼ ਨੂੰ। ਤਾਂ ਇਹ ਵੀ ਤੁਹਾਡੇ ਸਾਰਿਆਂ ਵਿੱਚ ਹੈ। ਇਹ ਚੀਜ਼ ਕੋਈ ਵੱਖਰੀ ਬਾਹਰੋਂ ਨਹੀਂ ਤੁਹਾਨੂੰ ਦੱਸੀ ਵੀ ਤੁਹਾਡੇ 'ਤੇ ਬੋਝ ਪਾ ਦਿੱਤਾ ਫਾਲਤੂ ਦਾ, ਤੁਹਾਡੇ ਅੰਦਰ ਹੈ। ਅਤੇ ਸਾਹ ਨੇ ਉਹ ਤੁਹਾਡੇ ਅੰਦਰ ਨੇ। ਮਨ ਅਤੇ ਬੁੱਧ, ਮਨ ਹੈ ਜਿਹੜਾ ਫੁਰਨੇ ਕਰਦਾ ਹੈ, ਬੁੱਧੀ ਹੈ ਜਿਹੜੀ ਨਿਰਣਾ ਕਰਦੀ ਹੈ। ਇਹ ਦੋਵਾਂ ਦੇ ਵਿੱਚ ਅੰਤःਕਰਨ ਆ ਗਿਆ ਪੂਰਾ, ਚਿੱਤ ਵੀ ਆ ਗਿਆ, ਹੰਕਾਰ ਵੀ ਆ ਗਿਆ। ਤਾਂ ਇਹ 17 ਚੀਜ਼ਾਂ ਹਨ ਜੋ ਸਾਡੇ ਸੁਪਨੇ ਵਿੱਚ ਵੀ ਕੰਮ ਕਰਦੀਆਂ। ਜਦੋਂ ਸੌਂ ਜਾਂਦਾ ਬੰਦਾ, ਸੁਪਨਾ ਆਉਂਦਾ, ਭਟਕਦਾ ਫਿਰਦਾ ਥਾਂ ਥਾਈਂ, ਮਨ ਆਪਣੇ ਸੰਸਕਾਰਾਂ ਅਨੁਸਾਰ, ਬੁੱਧੀ ਹੈ ਜਿਹੜੀ ਚੰਗਾ ਮਾੜਾ ਨਿਰਣਾ ਕਰਦੀ ਹੈ, ਤੱਤ ਹੈ ਉਹ ਜਿਹੜੇ ਸੂਖਸ਼ਮ ਸਰੀਰ ਦੇ ਜਿਹੜੀਆਂ ਸੂਖਸ਼ਮ ਕਹਿ ਲਓ ਸਰੀਰ ਹੈ ਉਹ ਨਾਲ ਘੁੰਮਦਾ ਹੈ, ਉਹਨੂੰ ਸੂਖਸ਼ਮ ਸਰੀਰ ਕਹਿ ਦਿੱਤਾ ਜਾਂਦਾ। ਜਾਣੋ ਜੀ, ਇਹ 17 ਚੀਜ਼ਾਂ ਹਨ ਸਮੇਤ ਮਨ ਬੁੱਧ ਦੇ।
ਮਹਾਰਾਜ ਕਹਿੰਦੇ ਇਹਨਾਂ ਦੀ ਸੂਖਸ਼ਮ ਦੇਹੀ ਹੈ ਭਾਈ। ਕਈ ਬੰਦੇ ਕਹਿੰਦੇ ਜੀ ਸਰੀਰ ਤਾਂ ਇੱਥੇ ਹੀ ਰਹਿ ਜਾਂਦਾ, ਦੁੱਖ ਕੌਣ ਭੋਗਦਾ? ਭਾਈ ਮਨ ਸੁਪਨੇ ਦੇ ਵਿੱਚ ਜਿਵੇਂ ਦੁਖੀ ਹੁੰਦਾ, ਸੁਪਨੇ ਦੇ ਵਿੱਚ ਰਾਜਾ ਮਹਿਲਾਂ ਦੇ ਵਿੱਚ ਪਿਆ, ਗੱਦੇ ਦੇ ਉੱਤੇ ਪਿਆ, ਫੁੱਲਾਂ ਵਾਲੀ ਸੇਜ 'ਤੇ ਪਿਆ, ਪਰ ਸੁਪਨਾ ਆ ਗਿਆ, ਭਿਖਾਰੀ ਬਣ ਗਿਆ, ਗਰੀਬ ਬਣ ਗਿਆ, ਮੰਗਦਾ ਫਿਰਦਾ ਹੈ, ਦੁਖੀ ਹੁੰਦਾ ਹੈ। ਕੌਣ ਹੈ ਬਈ ਜਿਹੜਾ ਦੁਖੀ ਹੁੰਦਾ? ਰਾਜਾ ਤੇ ਮਹਿਲਾਂ 'ਚ ਪਿਆ, ਰਾਜਾ ਤੇ ਸੇਜਾਂ 'ਤੇ ਪਿਆ, ਦੁਖੀ ਕਿਉਂ ਹੋ ਰਿਹਾ ਹੈ? ਕਿਉਂ? ਕਿਉਂਕਿ ਸਰੀਰ ਤੋਂ ਪਰੇ ਚਲਾ ਗਿਆ, ਹੁਣ ਸੂਖਸ਼ਮ ਸਰੀਰ ਕੰਮ ਕਰ ਰਿਹਾ, ਜਿਹਨੂੰ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਇਉਂ ਲਿਖਿਆ ਹੈ, ਸੁਪਨੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਤਰਾਜ ਵਿਸ਼ਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਤਾਂ ਜਿਵੇਂ ਸੁਪਨੇ ਦੇ ਵਿੱਚ ਇੱਕ ਰਾਜਾ ਭਿਖਾਰੀ ਬਣ ਜਾਂਦਾ ਹੈ, ਉਹ ਕੌਣ ਕੰਮ ਕਰਦਾ? ਸੁਪਨੇ 'ਚੋਂ ਸਾਡਾ ਸੂਖਸ਼ਮ ਸਰੀਰ ਕੰਮ ਕਰਦਾ ਹੈ। ਇੱਦਾਂ ਹੀ ਇਹ ਸਰੀਰ ਇੱਥੇ ਪਿਆ ਰਹਿੰਦਾ ਹੈ, ਸੂਖਸ਼ਮ ਸਰੀਰ ਅੱਗੇ ਦਰਗਾਹ ਵਿੱਚ ਜਾਂਦਾ ਹੈ ਅਤੇ ਉਹ ਜਿਹੜੇ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਦਾ ਹੈ। ਜਿਹੜੇ ਬੰਦੇ ਨੇ ਕੰਮ ਚੰਗੇ ਕੀਤੇ ਉਹਨੂੰ ਸ਼ੁਭ ਫਲ ਮਿਲਦੇ, ਉਹਨੂੰ ਸ਼ੁਭ ਲੋਕ ਦੀ ਪ੍ਰਾਪਤੀ। ਜਿਹਨੇ ਮਾੜੇ ਕੰਮ ਕੀਤੇ ਉਹਨੂੰ ਮਾੜੇ ਲੋਕਾਂ ਦੀ ਪ੍ਰਾਪਤੀ। ਲਿਖਿਆ ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਜਿੰਨੇ ਵੀ ਨਰਕ ਹਨ ਮਨਮੁਖ ਉਹ ਭੋਗਦਾ ਹੈ। ਗੁਰੂ ਜੀ ਕਹਿੰਦੇ ਲੋਕ ਪਰਲੋਕ ਵਿੱਚ ਫਿਰ ਇਹ ਸੂਖਸ਼ਮ ਸਰੀਰ ਹੈ ਜਿਹੜਾ ਸਾਡੇ ਸਾਰਿਆਂ ਦੇ ਕੋਲ ਹੈ। ਇਹੀ ਲੋਕ ਅਤੇ ਪਰਲੋਕ ਵਿੱਚ ਆਉਂਦਾ ਜਾਂਦਾ ਹੈ। ਅੱਗੇ ਪਰਲੋਕ ਵਿੱਚ ਇਹਦੇ ਗਲ 'ਚ ਸੰਗਲ ਪਾਉਂਦੇ ਲੈ ਕੇ ਜਾਂਦੇ ਹਨ। ਮਹਾਰਾਜ ਕਹਿੰਦੇ ਇਹਨਾਂ ਤੋਂ ਅੱਗੇ ਇੱਕ ਹੋਰ ਹੈ, ਕਹਿੰਦੇ ਮਹਾਰਾਜ ਇਹ ਬਣਦੇ ਕਿੱਥੋਂ ਐ, ਇਹਨਾਂ ਨੂੰ ਕੌਣ ਕਰਦਾ? ਮਹਾਰਾਜ ਕਹਿੰਦੇ ਇਹ ਸੂਖਸ਼ਮ ਅਤੇ ਸਥੂਲ ਦੋਵੇਂ ਸਰੀਰ ਆ, ਬਾਹਰਲਾ ਤੇ ਅੰਦਰਲਾ। ਇਹ ਓਨਾ ਸਮਾਂ ਨੇ ਜਿੰਨਾ ਸਮਾਂ ਇੱਕ ਤੀਜਾ ਹੈ, ਤੀਜਾ ਸਰੀਰ। ਉਹ ਕਿਹੜਾ ਜੀ? ਕਹਿੰਦੇ ਕਾਰਨ, ਜਿਹਨੂੰ ਵੇਦਾਂਤ ਮਤ ਵਾਲਿਆਂ ਨੇ ਮੂਲ ਵਿਦਿਆ ਆਖਿਆ। ਉਹ ਹੈ ਆਪਣੇ ਆਪ ਸਰੂਪ ਨੂੰ ਭੁੱਲਣਾ, ਅਗਿਆਨਤਾ ਜਿਹੜੀ ਉਹੀ ਹੈ। ਜਿੱਦਣ ਅਗਿਆਨਤਾ ਮਿਟ ਗਈ ਉਦਣ ਨਾ ਸੂਖਮ ਸਰੀਰ ਨਾ ਸਥੂਲ ਸਰੀਰ, ਉਦਣ ਬਸ ਜਿਵੇਂ ਬੂੰਦ ਸਾਗਰ 'ਚ ਡਿੱਗ ਜਾਂਦੀ ਹੈ, ਉਹ ਇੱਕੋ ਹੀ ਰੂਪ ਹੋ ਜਾਂਦਾ। ਹਰ ਹਰ ਜੰਦੂ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਾਂ ਜਲ ਹੀ ਵੇਖਾ ਸਮਾਹੇ। ਉਹ ਤੁਰਦੇ ਫਿਰਦੇ ਜ਼ਰੂਰ ਹੈ ਸਰੀਰਕ ਤੌਰ 'ਤੇ ਉਹ ਮਹਾਂਪੁਰਸ਼, ਪਰ ਉਹ ਸਰੀਰ ਵਿੱਚ ਰਹਿੰਦੇ ਆ, ਪਰ ਉਹਨਾਂ ਦੀ ਜਿਹੜੀ ਸੁਰਤ ਹੈ ਪਰਮਾਤਮਾ ਨਾਲ ਜੁੜੀ ਰਹਿੰਦੀ ਆ। ਇਸ ਤਰੀਕੇ ਇਹ ਬਾਹਰੀ ਸਰੀਰ ਨੂੰ ਅਤੇ ਸੂਖਸ਼ਮ ਸਰੀਰ ਨੂੰ ਬਣਾਉਣ ਵਾਲਾ ਜਾਂ ਜਿਹੜਾ ਇਹਨਾਂ ਦਾ ਕਾਰਨ ਹੈ, ਜਿਹਦੇ ਕਰਕੇ ਇਹ ਆ ਰਹੇ ਨੇ, ਉਹਨੂੰ ਕਾਰਨ ਕਹਿ ਦਿੰਦੇ ਆ। ਉਹ ਅਵਿਦਿਆ ਹੈ ਜੀ। ਕਹਿੰਦੇ ਜੀ ਕਾਰਨ ਦਾ ਕੀ ਸਰੂਪ ਹੈ? ਮਹਾਰਾਜ ਕਹਿੰਦੇ ਹੁਣ ਅਗਿਆਨ ਦਾ ਕੋਈ ਰੂਪ ਥੋੜ੍ਹਾ। ਜਿਹੜਾ ਸਾਨੂੰ ਅਗਿਆਨ ਹੈ, ਜਿਹੜੀ ਅਵਿਦਿਆ ਹੈ, ਪਰਮਾਤਮਾ ਤੋਂ ਵੱਖ ਜਿਹਨੇ ਕੀਤਾ ਹੈ, ਉਹ ਤਾਂ ਅਗਿਆਨ ਹੈ। ਅਗਿਆਨ ਨੂੰ ਹੀ ਕਾਰਨ ਤੀਜਾ ਸਰੀਰ ਮੰਨਦੇ ਆ। ਉਹ ਬੜਾ ਸੂਖਸ਼ਮ ਹੈ ਅਗਿਆਨ, ਜਿਹਦੇ ਕਾਰਨ ਕਰਕੇ, ਜਿਹਨੂੰ ਧਾਰਨ ਕਰਕੇ ਜੀਵ ਆਤਮਾ ਅੰਧਕਾਰ ਅਗਿਆਨਤਾ ਵਿੱਚ ਭਟਕਦਾ ਫਿਰਦਾ ਹੈ। ਇਹਨਾਂ ਤਿੰਨਾਂ ਤੋਂ, ਆ ਸਰੀਰ ਤੋਂ ਅੱਗੇ ਸੂਖਸ਼ਮ ਸਰੀਰ ਤੋਂ ਅੱਗੇ ਅਵਿਦਿਆ ਤੋਂ ਪਰੇ ਜਿਹੜਾ ਹੈ ਨਾ, ਉਹ ਹੈ ਆਤਮਾ, ਆਤਮ ਰਾਮ, ਜਿਹਨੂੰ ਬਾਣੀ 'ਚ ਲਿਖਿਆ ਹੈ। ਮਹਾਰਾਜ ਕਹਿੰਦੇ ਆਤਮਾ ਇਹਨਾਂ ਤਿੰਨਾਂ ਤੋਂ ਪਰੇ ਹੈ। ਜਦੋਂ ਬਾਣੀ ਪੜ੍ਹਾਂਗੇ ਨਾ, ਕਈ ਗੁਰਸਿੱਖ ਕਹਿੰਦੇ ਜੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਰੀਰ ਭੁੱਲ ਜਾਂਦਾ, ਪਤਾ ਹੀ ਨਹੀਂ ਲੱਗਦਾ ਟਾਈਮ ਕਿੰਨਾ ਲੰਘ ਗਿਆ। ਸਾਡੇ ਵਰਗਿਆਂ ਦੇ ਤਾਂ ਪਾਸੇ ਮਾਰਦੇ ਹੀ ਟਾਈਮ ਲੰਘ ਜਾਂਦਾ, ਸੋਚਦੇ ਕਦੋਂ ਬੰਦ ਹੋਵੇ ਕੰਮ, ਕਦੋਂ ਬੰਦ ਹੋਵੇ। ਹਜੇ ਅਸੀਂ ਸਰੀਰ ਦੇ ਵਿੱਚ ਫਸੇ ਹਾਂ। ਜਦੋਂ ਅਸੀਂ ਇਸ ਸਰੀਰ ਤੋਂ ਪਾਰ ਚਲੇ ਗਏ, ਜਦੋਂ ਅਸੀਂ ਮਨ ਦੇ ਦੇਸ਼ ਨੂੰ ਵੀ ਪਾਰ ਕਰ ਲਿਆ,
ਆਤਮਾ ਵਿੱਚ ਸਥਿਤੀ ਹੋਣ ਲੱਗ ਗਈ, ਉਦੋਂ ਤੁਸੀਂ 7 ਘੰਟੇ ਬੈਠੇ, 7 ਘੰਟਿਆਂ ਬਾਅਦ ਜਦੋਂ ਤੁਸੀਂ ਉੱਠੋਗੇ ਇਉਂ ਲੱਗੂਗਾ ਹੁਣੇ ਬੈਠਿਆ। ਕਿਉਂਕਿ ਉਹ ਜਿਹੜੀ ਆਤਮਿਕ ਅਵਸਥਾ ਹੈ ਉਹ ਦੇਸ਼ ਕਾਲ ਤੋਂ ਪਰੇ ਆ, ਸਮੇਂ ਤੋਂ ਪਰੇ ਆ। ਸਮੇਂ ਦੇ ਵਿੱਚ ਇਹ ਸਰੀਰ ਹੈ, ਪਰ ਆਤਮਾ ਜਿਹੜੀ ਉਹ ਸਮੇਂ, ਦੇਸ਼ ਕਾਲ, ਵਸਤੂ ਤਿੰਨਾਂ ਤੋਂ ਪਰੇ ਹੈ। ਹਜੇ ਤੱਕ ਸਾਡਾ ਉਸ ਆਤਮਾ ਦੇ ਨਾਲ ਸੰਬੰਧ ਨਹੀਂ ਜੇ ਜੁੜਿਆ। ਇਸ ਲਈ ਅਸੀਂ ਸਾਧ ਸੰਗਤ ਜੀ ਆਪਣੇ ਸਰੀਰ ਬਾਹਰਲੇ ਸੁੱਖ ਨੂੰ, ਬਾਹਰਲੇ ਦੁੱਖ ਨੂੰ ਮਹਿਸੂਸ ਕਰਦੇ ਹਾਂ। ਆਤਮਾ ਇਹਨਾਂ ਤਿੰਨਾਂ ਤੋਂ ਪਰੇ ਹੈ। ਜਦੋਂ ਅਭਿਆਸੀ ਇਹ ਸਰੀਰ ਨੂੰ, ਇਹ ਸਰੀਰ ਦੀ ਪ੍ਰਵਾਹ ਛੱਡ ਕੇ ਰੋਜ਼ 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 ਥੋੜ੍ਹਾ ਜਿਹਾ ਹੱਠ ਕਰਦੇ ਆ, ਹੱਠ ਚੰਗੇ ਪਾਸੇ ਕਰਨਾ ਚਾਹੀਦਾ। ਬੈਠੇ 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 ਸਾਧਨਾ ਵਿੱਚ ਜੁੜਦੇ ਆ, ਕਦੇ ਡਿੱਗਦੇ ਆ, ਕਦੇ ਉੱਠਦੇ ਆ, ਹੌਲੀ ਹੌਲੀ ਹੁੰਦੀ ਹੈ ਗੱਲ। ਫਿਰ ਇਹ ਸਰੀਰ ਤੋਂ ਅੱਗੇ, ਫਿਰ ਉਹ ਮਨ ਦੇ ਫੁਰਨਿਆਂ ਤੋਂ ਅੱਗੇ, ਕਲਪਨਾਵਾਂ ਤੋਂ ਪਰੇ ਸਮਾਧੀ 'ਚ ਚਲੇ ਜਾਂਦੇ ਆ ਜਦੋਂ, ਉਦੋਂ ਫਿਰ ਉਹ ਆਤਮਿਕ ਜੋ ਸਾਡਾ ਸਰੂਪ ਹੈ ਉਹਦੇ ਵਿੱਚ ਸਥਿਤ ਹੁੰਦੇ ਹਨ। ਜਿਹੜੀ ਉਹ ਆਤਮਿਕ ਅਵਸਥਾ ਹੈ ਜੀਵ ਦੀ, ਜਾਂ ਇਉਂ ਕਹਿ ਲਓ ਚੌਥਾ ਪਦ ਹੈ, ਜੀਵ ਤਾਂ ਉੱਥੇ ਰਹਿੰਦਾ ਹੀ ਨਹੀਂ, ਬਸ ਸ਼ਾਬਦਿਕ ਇਹ ਕਹਿਣ ਦੇ ਲਈ ਹੈ ਵੀ ਜੀਵ ਦੀ ਅਵਸਥਾ। ਦਰਅਸਲ ਜੀਵ ਤਾਂ 3 ਅਵਸਥਾਵਾਂ 'ਚ ਹੈ। ਆਹ ਜਿਹੜਾ ਬਾਹਰਲਾ ਸਰੀਰ, ਸਥੂਲ, ਸੂਖਸ਼ਮ ਔਰ ਕਾਰਨ, ਇਹਨਾਂ ਤੋਂ ਪਾਰ ਜੀਵ ਬਚਦਾ ਹੀ ਨਹੀਂ। ਇਹਨਾਂ ਤੋਂ ਪਾਰ ਤੇ ਆਤਮਾ ਪ੍ਰਾਤਮਾ ਇੱਕੋ ਕਰੈ, ਉੱਥੇ ਜਾ ਕੇ ਆਤਮਾ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਜੀ ਕਹਿੰਦੇ ਹਨ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਆਤਮਾ ਜਿਹੜੀ ਉਹ ਅਸਲ ਸਰੂਪ ਹੈ, ਨਿੱਜੀ ਸਰੂਪ ਹੈ, ਆਨੰਦਮਈ ਹੈ ਉਹ। ਤੇ ਮਹਾਰਾਜ ਕਹਿੰਦੇ ਜਦੋਂ ਜੀਵ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੇ, ਨੇਤ ਨੇਤ ਕਥੰਤ ਵੇਦਾ, ਉਹ ਵਾਹਿਗੁਰੂ ਦੀ ਸਿਫਤ ਸਲਾਹ ਕਰੇ, ਤਾਂ ਫਿਰ ਉਹ ਜਿਹੜੀ ਆਤਮਾ ਹੈ ਨਾ, ਜਿਹੜੀ ਜਿਹਦੀ ਗੱਲ ਕਰ ਰਹੇ ਹਾਂ ਤਿੰਨਾਂ ਤੋਂ ਪਾਰ, ਮਹਾਰਾਜ ਕਹਿੰਦੇ ਇਉਂ ਪ੍ਰਗਟ ਹੁੰਦੀ ਆ ਉਹ। ਦੇਖੋ ਕਿੱਡੀ ਵੱਡੀ ਗੱਲ ਦੱਸੀ, ਨਾਲੇ ਤਿੰਨਾਂ ਦਾ ਦੱਸ ਦਿੱਤਾ, 3 ਸਰੀਰ, ਨਾਲੇ ਤਿੰਨਾਂ ਤੋਂ ਪਾਰ ਜਾਣ ਦੀ ਗੱਲ ਦੱਸ ਦਿੱਤੀ ਕਿ ਇਹਨਾਂ ਤਿੰਨਾਂ ਤੋਂ ਪਾਰ ਕਿਵੇਂ ਜਾਇਆ ਜਾਂਦਾ। ਮਹਾਰਾਜ ਕਹਿੰਦੇ ਸਿਮਰਨ ਦੀ ਬਰਕਤ ਦੇ ਨਾਲ। ਜਦੋਂ ਗੁਰਸਿੱਖੋ ਕੋਈ ਸਿਮਰਨ ਕਰੇਗਾ, ਬਾਣੀ ਪੜ੍ਹੇਗਾ, ਕੀਰਤਨ ਕਰੇਗਾ, ਗੁਰੂ ਦੀ ਵਿਚਾਰ ਸੁਣੇਗਾ, ਤੇ ਫਿਰ ਆਨੰਦ ਆਉਣ ਲੱਗ ਜਾਏਗਾ, ਸੁਰਤ ਜੁੜਨ ਲੱਗ ਜਾਏਗੀ। ਸੁਰਤ ਦੇ ਮਾਧਿਅਮ ਦੇ ਰਾਹੀਂ ਫਿਰ ਨਿੱਜ ਆਨੰਦ ਵਿੱਚ ਉਹ ਜੋ ਹੈ ਪ੍ਰਮਾਤਮਾ ਦਾ ਸਰੂਪ, ਉਹਦੇ ਵਿੱਚ ਟਿਕਣ ਲੱਗ ਜਾਏਗਾ ਗੁਰਸਿੱਖ। ਇਉਂ ਭਾਈ ਲਹਿਣਾ ਜੀ ਨੇ ਜਦੋਂ ਇਹ ਗੱਲ ਸੁਣੀ, ਨਮਸਕਾਰ ਕੀਤੀ। ਹੋਰ ਵੀ ਗੁਰਸਿੱਖ ਬੈਠੇ ਸਨ, ਉਹਨਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਫਿਰ ਹੋਰ ਬੇਨਤੀ ਕੀਤੀ, ਪੁੱਛਣ ਲੱਗੇ, ਹੈ ਮਹਾਰਾਜ ਕਿਰਪਾ ਕਰਕੇ ਦੱਸੋ, ਆ ਜੋ ਤੁਸੀਂ ਦੱਸਿਆ ਇੰਨਾ ਗਿਆਨ, ਇਹਦੇ ਨਾਲ ਨਹੀਂ ਪ੍ਰਾਪਤੀ ਹੁੰਦੀ ਵੀ ਚੀਜ਼ ਦਾ ਪਤਾ ਲੱਗ ਜਾਏ, 5 ਤੱਤਵਾਂ ਦਾ ਪਤਾ ਲੱਗ ਜਾਏ, 25 ਪ੍ਰਕਿਰਤੀਆਂ ਦਾ ਪਤਾ ਲੱਗ ਜਾਏ, 3 ਸਰੀਰਾਂ ਦਾ ਪਤਾ ਲੱਗ ਜਾਏ। ਪਤਾ ਤੇ ਲੱਗ ਗਿਆ, ਫਿਰ ਪ੍ਰਾਪਤੀ ਕਿਉਂ ਨਹੀਂ ਹੁੰਦੀ? ਤੁਸੀਂ ਨਾਲ ਗੱਲ ਕਹਿ ਦਿੱਤੀ ਸਿਮਰਨ ਨਾਲ ਹੁੰਦੀ, ਇਹ ਸਿਮਰਨ ਕਾਹਤੋਂ ਕਰਨਾ ਪੈਂਦਾ, ਇਹ ਕਿਉਂ ਜ਼ਰੂਰੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਗਿਆਨ ਦੇ ਦਾਤੇ ਹਨ, ਜਿਹੜੇ ਬਚਨ ਬੋਲੇ ਮਿੱਠੇ, ਪਿਆਰ ਭਰੇ ਬੋਲ। ਕਹਿੰਦੇ ਹੈ ਭਾਈ ਗੁਰਸਿੱਖੋ, ਭਾਗਾਂ ਵਾਲਿਓ, ਕੰਨ ਲਾ ਕੇ ਸੁਣੋ, ਫਿਰ ਤੁਸੀਂ ਧਿਆਨ ਨਾਲ। ਮਹਾਰਾਜ ਕਹਿੰਦੇ ਵੀ ਕਿਵੇਂ ਨਿਜ ਆਨੰਦ ਨੂੰ, ਮਤਲਬ ਆਪਣੇ ਆਤਮਿਕ ਸਰੂਪ ਨੂੰ ਪਾਇਆ ਜਾ ਸਕਦਾ ਹੈ। ਮਹਾਰਾਜ ਕਹਿੰਦੇ ਫਿਰ ਕਹਿੰਦੇ ਇਹਦੇ ਲਈ ਥੋੜ੍ਹੀ ਜਿਹੀ ਇੱਕ ਗੱਲ ਹੋਰ ਆਏਗੀ, ਸਮਝਣੀ ਪਏਗੀ। ਕਹਿੰਦੇ ਜੀ ਕੋਈ ਨਾ ਮਹਾਰਾਜ, ਤੁਸੀਂ ਥੋੜ੍ਹੀ ਜਿਹੀ ਹੋਰ ਦੱਸ ਦਿਓ, ਭਾਵੇਂ ਕਿ ਆਪਣੇ ਲਈ ਤੇ ਗੱਲਾਂ ਭਾਰੀ ਨੇ,
ਪਰ ਉਹ ਸਿੱਖਾਂ ਲਈ ਸਾਰੀਆਂ ਸੌਖੀਆਂ ਗੱਲਾਂ ਉਹਨਾਂ ਨੂੰ ਸਮਝ ਪੈਂਦੀ ਸੀ। ਉਹਨਾਂ ਨੂੰ ਗੁਰੂ ਜੀ ਕਹਿੰਦੇ 5 ਕੋਸ਼ ਹੈ ਸਾਡੇ ਸਰੀਰ ਵਿੱਚ। ਜਿਹੜੀ ਆਤਮਾ ਹੈ ਨਾ, ਜਿਵੇਂ ਹੁਣ ਮੈਂ ਸੌਖਾ ਸਮਝਾ ਦੇਵਾਂ ਪਹਿਲਾਂ, ਫਿਰ ਤੁਹਾਨੂੰ ਸਮਝ ਲੱਗ ਜਾਏਗੀ। ਜਿਵੇਂ ਅਸੀਂ ਕੋਈ ਚੀਜ਼ ਮੰਗਾਉਂਦੇ ਹਾਂ ਕਿਤੇ ਬਾਹਰੋਂ, ਕੋਈ ਪੁਸਤਕ ਮੰਗਾਈਏ, ਦੂਰੋਂ ਮੰਗਾਈਏ, ਗ੍ਰੰਥ ਮੰਗਾਈਏ, ਅਤੇ ਜਦੋਂ ਅਸੀਂ ਪੁਸਤਕ ਮੰਗਾਉਂਦੇ ਹਾਂ ਅਤੇ ਉਹ ਅਗਲੇ ਜਾਂ ਕੋਈ ਖਤ ਭੇਜਦਾ, ਚਿੱਠੀ ਭੇਜਦਾ ਅਗਲਾ, ਜਾਂ ਕੋਈ ਹੋਰ ਚੀਜ਼ ਭੇਜਦਾ ਹੈ, ਉਹ ਚੀਜ਼ ਨੂੰ ਪਹਿਲਾਂ ਉਹਦੇ ਉੱਤੇ ਕੀ ਕਰਦਾ, ਛੋਟੀ ਜਿਹੀ ਪਰਤ ਚਾੜ੍ਹਦਾ, ਫਿਰ ਉਹਦੇ ਉੱਤੇ ਇੱਕ ਹੋਰ ਚੀਜ਼ ਚਾੜ੍ਹਦਾ, ਫਿਰ ਹੋਰ ਚਾੜ੍ਹਦਾ, ਫਿਰ ਸਾਰੀਆਂ ਚੀਜ਼ਾਂ ਚਾੜ੍ਹਨ ਤੋਂ ਬਾਅਦ ਫਿਰ ਉੱਤੇ ਇੱਕ ਗੱਤਾ ਚਾੜ੍ਹਦਾ, ਫਿਰ ਉੱਤੇ ਚੇਪੀ ਬੰਨ੍ਹਦਾ। ਇਉਂ ਵਿੱਚ ਛੋਟੀ ਜਿਹੀ ਚੀਜ਼ ਪਾਉਣੀ ਹੁੰਦੀ, ਪਰ ਉਹ ਚੀਜ਼ ਨੂੰ ਸਾਂਭ ਕੇ ਰੱਖਣ ਦੇ ਲਈ 4-5 ਚੀਜ਼ਾਂ ਉੱਤੇ ਚਾੜ੍ਹਦੇ ਹਾਂ। ਜਿਵੇਂ ਕਿਤੇ ਅਸੀਂ ਕਿਸੇ ਕੰਪਨੀ ਤੋਂ ਫ਼ੋਨ ਮੰਗਾ ਲਈਏ, ਉਹ ਫ਼ੋਨ ਨੂੰ ਜਦੋਂ ਤੁਸੀਂ ਕਵਰ ਨੂੰ ਖੋਲ੍ਹਦੇ ਨਾ, ਪਹਿਲਾਂ ਉੱਤੋਂ 4-5 ਗੱਤੇ ਜਿਹੇ ਲੱਥਦੇ ਆ, ਉਹ ਲਾ ਕੇ ਫਿਰ ਵਿੱਚੋਂ ਨਿਕਲਦਾ ਵੀ ਆਹ ਅੱਛਾ, ਉਹ ਵਿੱਚੋਂ ਚੀਜ਼ ਛੋਟੀ ਉਹ ਨਿਕਲਦੀ। ਉੱਤੇ ਉਹਦੇ ਲਈ ਜਿਹੜੀ ਚੀਜ਼ਾਂ ਚਾੜ੍ਹੀਆਂ ਜਾਂਦੀਆਂ ਉਹਨੂੰ ਕਿਹਾ ਜਾਂਦਾ ਕੋਸ਼ ਜਾਂ ਮਿਆਨ। ਜਿਵੇਂ ਸ਼੍ਰੀ ਸਾਹਿਬ ਅਸੀਂ ਪਾਈ, ਇਹਨੂੰ ਸਾਂਭਣ ਲਈ ਮਿਆਨ ਹੁੰਦਾ। ਇੱਦਾਂ ਹੀ ਆਤਮਾ ਜਿਹੜੀ ਉਹਨੂੰ 5 ਪਰਦਿਆਂ 'ਚ ਢੱਕਿਆ ਹੋਇਆ, ਪਰਮਾਤਮਾ ਵੱਲੋਂ ਜਾਂ ਕਾਇਨਾਤ ਵੱਲੋਂ, ਕੁਦਰਤ ਵੱਲੋਂ। ਉਹਦੇ ਲਈ ਜਿਹੜੇ 5 ਪਰਦੇ ਆ ਸਰੀਰ, 5 ਕੋਸ਼ ਕਹਿੰਦੇ ਆ ਉਹਨੂੰ। ਪਰਦਾ, ਕੋਸ਼ ਜਣੀ ਮਿਆਨ ਜਾਂ ਪਰਦਾ, ਉਹ 5 ਪਰਦੇ ਛੱਡਣੇ ਪੈਣਗੇ। ਉਹਨਾਂ ਤੋਂ ਪਰੇ 6ਵੀਂ ਆਤਮਾ ਹੈ। ਮਹਾਰਾਜ ਕਹਿੰਦੇ ਪਰ ਗੱਲ ਇਹ ਹੈ ਕਿ ਬੰਦਾ ਉਹ ਜਿਹੜੀ ਵਿਚਲੀ ਚੀਜ਼ ਹੈ ਆਤਮਾ, ਉਹਨੂੰ ਤੇ ਦੇਖਦਾ ਨਹੀਂ। ਜਿਹੜੀਆਂ ਚੀਜ਼ਾਂ ਨਾਲ ਉਹਨੂੰ ਢਕਿਆ ਹੋਇਆ ਉਹਨਾਂ ਨੂੰ ਇਹ ਸਮਝੀ ਜਾਂਦਾ ਇਹੀ ਆਤਮਾ ਹੈ। ਸਾਡੀ ਵੀ ਆਦਤ ਹੁੰਦੀ, ਆ ਕੁਛ ਪੁੱਛੇ, ਗੱਤਾ ਆਵੇ ਸਾਡਾ, ਉਹ ਕਹਿੰਦੇ ਜੀ ਇਹ ਫ਼ੋਨ ਹੈ ਜੀ, ਐਂ ਗੱਤਾ ਸਮੇਤ ਦਿਖਾਊਗਾ। ਵਾਸਤਵਿਕ ਰੂਪ ਦੇ ਅੰਦਰ ਜਿਹੜਾ ਫ਼ੋਨ ਹੈ ਉਹ ਤਾਂ ਵਿੱਚ ਕਿਤੇ ਆ ਉਹਦੇ 5 ਪਰਦਿਆਂ ਤੋਂ ਪਾਰ। ਪਰ ਅਸੀਂ ਉਹ ਗੱਤੇ ਨੂੰ ਇੱਦਾਂ ਹੀ, ਅਸੀਂ ਜਿਹੜੀ ਆਤਮਾ ਹੈ ਉਹਨੂੰ ਤਾਂ ਹਜੇ ਜਾਣਿਆ ਨਹੀਂ। ਜਿਹੜੀਆਂ ਚੀਜ਼ਾਂ ਨਾਲ ਆਤਮਾ ਢਕੀ ਪਈ ਹੈ ਪਰਦਿਆਂ ਦੇ ਨਾਲ, ਮਿਆਨਾਂ ਦੇ ਵਿੱਚ, ਕੋਸ਼ ਦੇ ਵਿੱਚ, ਅਸੀਂ ਉਹਨੂੰ ਇਹ ਸਮਝੀ ਜਾਂਦੇ ਹਾਂ ਇਹੀ ਮੇਰਾ ਰੂਪ ਹੈ। ਸਿੱਖ ਕਹਿੰਦੇ ਮਹਾਰਾਜ ਉਹ ਪੰਜੇ ਕਿਹੜੇ ਕਿਹੜੇ ਉਹ ਵੀ ਦੱਸ ਦਿਓ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਆ ਬਾਹਰਲਾ ਸਰੀਰ ਜਿਹੜਾ, ਇਹਨੂੰ ਯੋਗੀ ਅੰਨਮੈ ਕੋਸ਼ ਕਹਿੰਦੇ ਆ, ਜਿਹੜਾ ਅੰਨ ਦੇ ਆਸਰੇ ਚੱਲਦਾ ਹੈ, ਜਿਹਨੂੰ ਅੰਨ ਦੀ ਲੋੜ ਹੈ, ਜਿਹਨੂੰ ਖੁਰਾਕ ਦੀ ਲੋੜ ਹੈ, ਅੰਨਮੈ ਕੋਸ਼ ਜਿਹਨੂੰ ਕਹਿੰਦੇ ਹਨ। ਕਹਿੰਦੇ ਜਾਗਦੇ ਹਾਂ, ਜਦੋਂ ਅਸੀਂ ਜਾਗਦੇ ਹਾਂ ਨਾ, ਉਦੋਂ ਇਹ ਸਰੀਰ ਵਰਤਿਆ ਜਾਂਦਾ ਅੰਨਮੈ ਕੋਸ਼। ਇਹਨੂੰ ਅੰਨਮੈ ਕੋਸ਼ ਜਾਂ ਪਹਿਲੀ ਆਤਮਾ ਦੀ ਪਹਿਲੀ ਪਰਤ ਹੈ ਆਹ ਸਰੀਰ, ਇਹ ਪਹਿਲਾ ਹੈ ਭਾਈ। ਪਰ ਮਹਾਰਾਜ ਕਹਿੰਦੇ ਆਤਮਾ ਨਹੀਂ ਹੈ ਇਹ। ਜੇ ਸਰੀਰ ਆਤਮਾ ਹੋਵੇ, ਸਰੀਰ ਦਾ ਕਿਹੜਾ ਹਿੱਸਾ ਆਤਮਾ? ਅੱਖਾਂ ਜਾਂ ਕੰਨ, ਜ਼ੁਬਾਨ, ਹੱਥ ਪੈਰ? ਉਹ ਕਿੰਨੇ ਲੋਕ ਹੈ ਜਿਹੜੇ ਅੱਖਾਂ ਤੋਂ ਬਿਨਾਂ ਜਿਉਂਦੇ? ਅੱਖਾਂ ਹੈ ਹੀ ਨਹੀਂ ਪਰ ਜਿਉਂਦੇ ਆ। ਕਿੰਨੇ ਲੋਕ ਹੈ ਜਿਨ੍ਹਾਂ ਦੇ ਜ਼ੁਬਾਨ ਹੈ ਨਹੀਂ? ਕਿੰਨੇ ਲੋਕ ਹੈ ਜਿਨ੍ਹਾਂ ਦੇ ਪੈਰ ਨਹੀਂ? ਕਿੰਨੇ ਆ ਜਿਨ੍ਹਾਂ ਦੇ ਹੱਥ ਨਹੀਂ? ਜਿਉਂਦੇ ਆ। ਇਸ ਲਈ ਯਾਦ ਰੱਖੋ, ਨਾ ਅਸੀਂ ਸਾਡੀ ਆਤਮਾ ਸਰੀਰ ਹੈ, ਹੱਥ ਹੈ, ਨਾ ਪੈਰ ਹੈ, ਨਾ ਅੱਖਾਂ ਹੈ, ਨਾ ਜੀਭ ਹੈ, ਨਾ ਕੰਨ ਹੈ, ਨਾ ਨੱਕ ਹੈ। ਕਈ ਬੰਦੇ ਆ ਜਿਨ੍ਹਾਂ ਦੇ ਹੈ ਹੀ ਨਹੀਂ ਇਹ ਗਿਆਨ ਇੰਦਰੀ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ, ਫਿਰ ਵੀ ਜਿਉਂਦੇ ਆ। ਬਿਲਕੁਲ ਸੋਝੀ ਉਹ ਨਹੀਂ ਪੂਰੇ ਸਰੀਰ ਦੀ, ਮੂਰਛਾ 'ਚ ਚਲੇ ਜਾਂਦੇ ਆ। ਪਤਾ ਹੀ ਨਹੀਂ ਉਹਨਾਂ ਨੂੰ ਸਰੀਰ ਦਾ, ਨਾ ਦੁੱਖ ਦਾ ਨਾ ਸੁੱਖ ਦਾ ਪਤਾ ਹੀ ਨਹੀਂ। ਤਾਂ ਉਹ ਮਹਾਰਾਜ ਕਹਿੰਦੇ ਤਾਂ ਬਾਹਰਲਾ ਇੱਕ ਸਰੀਰ ਹੈ, ਬਾਹਰਲਾ ਖੋਲ ਹੈ, ਜਿਵੇਂ ਅਖਰੋਟ ਦੇ ਬਾਹਰ ਹੁੰਦਾ ਜਾਂ ਜਿਵੇਂ ਨਾਰੀਅਲ ਹੁੰਦਾ। ਨਾਰੀਅਲ ਦੇ ਬਾਹਰ ਦੇਖੋ ਕਿਵੇਂ ਹੁੰਦਾ, ਉਹ ਵੀ ਨਾਰੀਅਲ ਨਹੀਂ ਹੁੰਦਾ। ਉਹਦੇ ਅੰਦਰ ਇੱਕ ਹੋਰ ਨਿਕਲਦੀ ਕਰੜੀ ਜੀ, ਉਹ ਵੀ ਨਾਰੀਅਲ ਨਹੀਂ ਹੁੰਦਾ। ਉਹਦੇ ਵਿੱਚੋਂ ਫਿਰ ਜਦੋਂ
ਨਿਕਲਦੀ ਗਿਰੀ ਉਹ ਨਾਰੀਅਲ ਹੁੰਦਾ। ਇੱਦਾਂ ਹੀ ਆਤਮਾ ਹੈ ਜਿਹੜੀ ਉਹ ਵੀ ਮੰਨੋ ਕਿ ਇਹ 5 ਸਰੀਰਾਂ ਦੇ ਵਿੱਚ ਅੰਦਰ ਹੈ ਕਿਤੇ। ਜਿਹੜਾ ਸਰੀਰ ਹੈ ਤਾਂ ਸਮਝੋ ਜਿਵੇਂ ਸੰਗਤਰਾ ਨਹੀਂ ਹੁੰਦਾ, ਸੰਗਤਰੇ ਦਾ ਬਾਹਰਲੀ ਛਿੱਲੜ ਹੁੰਦਾ ਹੈ, ਉਹ ਜਾਣੋ ਜੀ। ਆਤਮਾ ਸਰੀਰ ਨਹੀਂ ਹੈ, ਆਤਮਾ ਦੇ ਕੋਈ ਅੰਗ ਨਹੀਂ ਹੈ। ਜਿਵੇਂ ਹੱਥ ਪੈਰ ਅੱਖਾਂ ਕੰਨ ਜੀਭ ਇਹ ਅੰਗ ਹੈ ਸਰੀਰ ਦੇ, ਆਤਮਾ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈ। ਕਹਿੰਦੇ ਸਮਝ ਲੱਗ ਗਈ ਬਈ? ਕਹਿੰਦੇ ਹਾਂ ਮਹਾਰਾਜ ਸਮਝ ਲੱਗ ਗਈ ਵੀ ਸਰੀਰ ਹੈ ਜਿਹੜਾ ਇਹਨੂੰ ਅੰਨਮੈ ਕੋਸ਼ ਕਹਿੰਦੇ। ਮਹਾਰਾਜ ਕਹਿੰਦੇ ਹਾਂ ਬਸ ਗੱਲ ਤਾਂ ਇੰਨੀ ਹੋਆ। ਕਹਿੰਦੇ ਜੀ ਤਾਂ ਇੱਕ ਤਾਂ ਸਮਝ ਲੱਗ ਗਿਆ ਵੀ ਇਹ ਸਰੀਰ ਹੈ ਜਿਹੜਾ ਇਹ ਪਹਿਲਾ ਪੜਦਾ ਆਤਮਾ ਦਾ, ਇਹ ਆਤਮਾ ਨਹੀਂ ਹੈ, ਇਹਨੇ ਆਤਮਾ ਨੂੰ ਢੱਕਿਆ ਹੈ। ਦੂਜਾ ਕਿਹੜਾ ਜੀ? ਗੁਰੂ ਜੀ ਕਹਿੰਦੇ ਦੂਜਾ ਪ੍ਰਾਣ ਮੈਂ, ਪ੍ਰਾਣ ਹੈ ਜਿਹੜੇ। ਕਹਿੰਦੇ ਮਹਾਰਾਜ ਪ੍ਰਾਣ ਵੀ ਨਹੀਂ ਆਤਮਾ ਹੁੰਦੇ। ਮਹਾਰਾਜ ਕਹਿੰਦੇ ਨਾ, ਪ੍ਰਾਣ ਆਤਮਾ ਨਹੀਂ ਹੁੰਦੇ। ਕਹਿੰਦੇ ਉਹ ਕਿੱਦਾਂ? ਕਹਿੰਦੇ ਦੇਖੋ ਕਈ ਬੰਦਿਆਂ ਨੂੰ ਸਾਹ ਆਉਣਾ ਔਖਾ ਹੋ ਜਾਂਦਾ। ਕਈ ਬੰਦੇ ਹੈ ਜੀ, ਕਈਆਂ ਨੂੰ ਸਾਹ ਦੀ ਬਿਮਾਰੀ ਹੋ ਜਾਂਦੀ ਵਿਚਾਰਿਆਂ ਨੂੰ। ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਸਭ ਦੀਆਂ ਬਿਮਾਰੀਆਂ ਠੀਕ ਕਰੇ। ਜਿਨ੍ਹਾਂ ਨੂੰ ਕਿਸੇ ਨੂੰ ਕੋਈ ਬਿਮਾਰੀ ਹੈ ਤਕਲੀਫ ਹੈ, ਰੱਬ ਉਹਨਾਂ ਦੀਆਂ ਬਿਮਾਰੀਆਂ ਦੂਰ ਕਰੇ, ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਪਰ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ, ਸਾਹ ਦੇ ਦਮੇ ਦੇ ਮਰੀਜ਼ ਹੁੰਦੇ, ਸਾਹ ਔਖਾ ਹੁੰਦਾ ਪਰ ਉਹ ਭੱਜੇ ਜਾਂਦੇ ਡਾਕਟਰ ਕੋਲ, ਕਹਿੰਦੇ ਮੈਨੂੰ ਸਾਹ ਨਹੀਂ ਆ ਰਿਹਾ। ਜੇ ਉਹ ਸਾਹ ਹੋਵੇ ਬੰਦਾ ਤੇ ਫਿਰ ਕਿਉਂ ਕਹੇ ਮੈਨੂੰ ਸਾਹ ਨਹੀਂ ਆ ਰਿਹਾ? ਕਈ ਵਾਰ ਅਸੀਂ ਕਈ ਬੰਦਿਆਂ ਦੀ ਇੰਨੀ ਆਦਤ ਹੁੰਦੀ ਸਾਹ ਰੋਕ ਲੈਂਦੇ। ਕਈ ਅਸੀਂ 50 ਗਿਣਦੇ ਹਾਂ, ਕਈ ਬੰਦਿਆਂ ਦੀ ਇੱਦਾਂ ਦੀ ਸਰੀਰ ਦੀ ਹੁੰਦੀ ਸਾਧ ਸੰਗਤ 5 ਨਹੀਂ ਗਿਣ ਸਕਦੇ ਸਾਹ ਰੋਕ ਕੇ। ਕਈ ਬੰਦੇ 30 ਗਿਣਦੇ, ਕਈ 50, ਕਈ 100 ਗਿਣ ਲੈਂਦੇ ਸਾਹ ਰੋਕ ਕੇ। ਅਤੇ ਕਈ ਬੰਦੇ ਉਦੋਂ ਵੀ ਵੱਧ, ਕੋਈ 1-1 ਮਿੰਟ, ਕੋਈ 2-2 ਮਿੰਟ ਅਭਿਆਸ ਹੁੰਦਾ ਸਾਹ ਰੋਕ ਲੈਂਦੇ ਆ। ਸਾਹ ਰੱਖਦੇ ਹੀ ਨਹੀਂ, ਉਹ ਸਾਹ ਲੈਂਦੇ ਹੀ ਨਹੀਂ। ਜਿਹੜੇ ਪਣਡੁੱਬੀ ਹੁੰਦੇ ਆ, ਪਾਣੀ 'ਚ ਡੁਬਕੀ ਲਾਉਣ ਵਾਲੇ, ਪੁਰਾਣੇ ਟਾਈਮਾਂ 'ਚ ਹੁੰਦੇ ਸਨ। ਉਹ ਕੀ ਪਾਣੀ ਦੇ ਵਿੱਚ ਜਦੋਂ ਡੋਬਾ ਲਾਉਂਦੇ ਸਨ, ਕਿੰਨਾ ਕਿੰਨਾ ਸਮਾਂ ਪਾਣੀ 'ਚ ਰਹਿੰਦੇ ਸੀ, ਸਾਹ ਨਹੀਂ ਸੀ ਲੈਂਦੇ, ਪਰ ਫਿਰ ਵੀ ਜਿਉਂਦੇ ਰਹਿੰਦੇ ਸੀ। ਇਹਦਾ ਮਤਲਬ ਇਹ ਜਾਣੋ, ਫਿਰ ਉਹਨਾਂ ਨੂੰ ਪਤਾ ਹੁੰਦਾ ਆਤਮਾ ਨੂੰ ਵੀ ਹੁਣ ਸਾਹ ਦੀ ਲੋੜ ਹੈ, ਪਰ ਸਰੀਰ ਨੂੰ, ਆਹ ਸਰੀਰ ਨੂੰ, ਆਹ ਫੇਫੜਿਆਂ ਨੂੰ, ਆਹ ਜਿਹੜੇ ਸਰੀਰ ਦੇ ਪਾਰਟ ਹੈ ਇਹਨਾਂ ਨੂੰ ਆਤਮਾ ਦੀ ਲੋੜ ਹੈ, ਪਰ ਇਹਦੀ ਸਾਹ ਦੀ ਲੋੜ ਹੈ, ਆਤਮਾ ਨੂੰ ਲੋੜ ਨਹੀਂ। ਆਤਮਾ 'ਤੇ ਸਾਹ ਨਾ ਵੀ ਹੋਵੇ ਤਾਂ ਵੀ ਦੇਖਦਾ ਵੀ ਹੁਣ ਸਾਹ ਹੈ ਨਹੀਂ, ਹੁਣ ਘੱਟ ਆ ਰਿਹਾ, ਹੁਣ ਵੱਧ ਚਾਹੀਦਾ। ਆਤਮਾ ਇਹਨਾਂ ਤੋਂ ਅੱਗੇ ਹੈ। ਮਹਾਰਾਜ ਕਹਿੰਦੇ ਉਹ ਦੂਜਾ ਹੈ। ਆਤਮਾ ਦੇ ਆਲੇ ਦੁਆਲੇ ਜਿਹੜੀ ਚੀਜ਼ ਹੈ ਜੀ, ਇਸ ਸਰੀਰ ਵਿੱਚ ਪਹਿਲਾ ਸਰੀਰ, ਦੂਜੇ ਪ੍ਰਾਣ, ਜਿਹਨੂੰ ਪ੍ਰਾਣਮਈ ਸਰੀਰ ਕਹਿੰਦੇ, ਪ੍ਰਾਣਮੈ ਕੋਸ਼ ਕਹਿੰਦੇ ਹਨ। 5 ਪ੍ਰਾਣ ਜਿਹੜੇ ਹਨ ਜੀ, ਹਾਂਜੀ ਪੜ੍ਹੋ। ਪਰ ਜਿਹੜੇ ਪ੍ਰਾਣ ਹੈ ਉਹ ਵੀ ਆਤਮਾ ਨਹੀਂ ਹੈ। ਕੋਈ ਆਖੇ ਜਿਹੜੇ ਸਵਾਸ ਨੇ ਆਤਮਾ, ਨਾ, ਆਤਮਾ ਪ੍ਰਾਣ ਨਹੀਂ, ਪ੍ਰਾਣ ਤੋਂ ਆਤਮਾ ਵੱਖਰੀ ਹੈ ਜੀ। ਮਹਾਰਾਜ ਕਹਿੰਦੇ 2 ਸਮਝ ਲੱਗ ਗਈ? ਕਹਿੰਦੇ ਜੀ ਲੱਗ ਤੇ ਗਏ। ਇੱਕ ਹੋਰ ਹੈ, ਕਹਿੰਦੇ ਜੀ ਉਹ ਕਿਹੜਾ? ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਅੰਨਮੈ, ਪ੍ਰਾਣਮੈ ਤੇ ਫਿਰ ਮਨੋਮੈ। ਮਨ, ਬੁੱਧ ਇਤਿਆਦਿਕ ਇਹ ਵੀ ਆਤਮਾ ਨਹੀਂ ਹਨ, ਪਰ ਇਹ ਆਤਮਾ ਦੇ ਨੇੜੇ ਹਨ। ਇਹ ਵੀ ਜਿਹੜਾ ਮਨ ਹੈ ਸਾਧ ਸੰਗਤ, ਮਨ ਬੁੱਧ, ਇਹ ਵੀ ਆਤਮਾ ਨਹੀਂ। ਜੇ ਮਨ ਬੁੱਧ ਆਤਮਾ ਹੋਵੇ ਫਿਰ ਕੌਣ ਕਹਿੰਦਾ ਮੇਰਾ ਮਨ ਨਹੀਂ ਟਿਕਦਾ ਜੀ, ਮੇਰਾ ਮਨ ਭਟਕਦਾ ਫਿਰਦਾ, ਮੈਂ ਬਾਬਾ ਜੀ ਗਿਆਨੀ ਜੀ ਮੈਂ ਬਾਣੀ 'ਤੇ ਪੜ੍ਹਦਾ ਪਰ ਮੇਰਾ ਮਨ ਭਟਕਦਾ। ਉਹ ਕੌਣ ਹੈ ਜਿਹੜਾ ਮਨ ਨੂੰ ਦੇਖ ਰਿਹਾ? ਉਹ ਕਿਹੜਾ ਜਿਹੜਾ ਕਹਿੰਦਾ ਟਿਕਦਾ ਨਹੀਂ, ਭੱਜਦਾ ਫਿਰਦਾ? ਜੇ ਉਹ ਆਤਮਾ ਹੈ ਤੇ ਫਿਰ ਇਹ ਮਨ ਤਾਂ, ਇਹਦਾ ਮਤਲਬ ਮੈਂ ਨਹੀਂ। 2 ਚੀਜ਼ਾਂ, ਇੱਕ ਤਾਂ ਮਨ ਹੈ, ਇੱਕ ਮਨ ਨੂੰ ਵੀ ਜਿਹੜਾ ਦੇਖਦਾ, ਜਿਹੜਾ ਮਨ 'ਤੇ ਵੀ ਸਾਖੀ ਹੈ ਮਨ ਦਾ ਵੀ, ਜਿਹੜਾ ਮਨ ਨੂੰ ਵੀ ਦੇਖਦਾ। ਹੁਣ ਮਨ ਭਟਕ ਰਿਹਾ, ਹੁਣ ਮਨ ਪਰੇਸ਼ਾਨ ਹੈ, ਹੁਣ ਮਨ ਲਾਲਚੀ ਹੈ, ਹੁਣ ਮਨ ਚੰਚਲ ਹੈ, ਹੁਣ ਟਿਕ ਗਿਆ। ਫਿਰ ਕਹਿੰਦੇ ਆ ਹੁਣ ਤੇ ਜੀ ਮਨ ਟਿਕਣ ਲੱਗ ਪਿਆ ਬਾਣੀ ਪੜ੍ਹਨ ਲੱਗਿਆ।
ਜਦੋਂ ਮਨ ਟਿਕਦਾ ਉਦੋਂ ਆਤਮਾ ਦੇ ਨੇੜੇ ਹੋ ਜਾਂਦਾ। ਜਿਉਂ-ਜਿਉਂ ਭਟਕਦਾ ਹੈ ਤਿਉਂ-ਤਿਉਂ ਦੂਰ, ਤਿਉਂ-ਤਿਉਂ ਉਹ ਫਟਣਾ ਜਾਣੀ ਸੰਕਲਪ ਵਿਕਲਪ ਜ਼ਿਆਦਾ ਕਰਨ ਲੱਗ ਜਾਂਦਾ ਹੈ, ਉਹਨੂੰ ਭਟਕਦਾ ਹੈ, ਬਹੁਤ ਜ਼ਿਆਦਾ ਭਟਕਦਾ। ਜਿੰਨਾ ਮਨ ਭਟਕੇਗਾ ਉਨਾ ਹੀ ਦੁਖੀ ਹੋਏਗਾ, ਤਾਕਤ ਘਟੇਗੀ ਇਹਦੀ। ਜਿੰਨਾ ਮਨ ਇਕੱਠਾ ਹੋਏਗਾ, ਇਕਾਗਰ ਹੋਏਗਾ, ਉਨੀ ਤਾਕਤ ਵਧੇਗੀ, ਉਨਾ ਸਕੂਨ, ਉਤਨੀ ਸ਼ਾਂਤੀ, ਕਿਉਂਕਿ ਆਤਮਾ ਦੇ ਨੇੜੇ ਹੁੰਦਾ ਹੈ। ਜਾਣੀ ਫੁਰਨੇ ਘੱਟ ਹੁੰਦੇ ਆ ਉਦੋਂ, ਸਮਾਧੀ ਦੇ ਨੇੜੇ ਹੁੰਦਾ। ਜਦੋਂ ਮਨ ਬਿਲਕੁਲ ਟਿਕ ਗਿਆ, ਫੁਰਨੇ ਰੁਕ ਗਏ, ਉਦੋਂ ਮਨ ਮੁੱਕ ਜਾਂਦਾ, ਉਦੋਂ ਸਮਾਧੀ ਹੁੰਦੀ ਆ। ਸਮਾਧੀ ਸ਼ਬਦ ਹੀ ਦਰਅਸਲ ਸਮ ਪਲਸ ਧੀ, ਜਦੋਂ ਧੀ ਕਹੀਏ ਬੁੱਧੀ ਸਮ ਕੀ ਟਿਕ ਜਾਏ, ਬਰਾਬਰ ਹੋ ਜਾਏ, ਉਹਨੂੰ ਸਮਾਧੀ ਕਹਿੰਦੇ ਹਨ। ਤਾਂ ਇਸ ਤਰੀਕੇ ਮਹਾਰਾਜ ਕਹਿੰਦੇ ਤੀਜਾ ਹੈ ਮਨੋਮੈ, ਮਨ ਦੀ ਦੁਨੀਆ, ਉਹ ਵੀ ਆਤਮਾ ਨਹੀਂ ਹੈ ਭਾਈ, ਉਹ ਵੀ ਜਾਣ ਲਓ ਆਤਮਾ ਨਹੀਂ ਅਨਾਤਮਾ ਹੈ। ਉਦੋਂ ਅੱਗੇ ਚੌਥਾ ਹੈ ਵਿਗਿਆਨ, ਵਿਗਿਆਨਮੈ ਕੋਸ਼, ਉਹ ਵੀ ਆਤਮਾ ਨਹੀਂ ਹੈ। ਜਿਹੜਾ ਅੰਨਮੈ ਕੋਸ਼ ਹੈ ਨਾ, ਆ ਸਰੀਰ ਹੈ, ਇਹ ਜਾਗਰਤ ਅਵਸਥਾ 'ਚ ਕੰਮ ਕਰਦਾ। ਪਰ ਜਿਹੜੇ ਤਿੰਨ ਦੱਸਿਆ ਪ੍ਰਾਣਮੈ, ਮਨੋਮੈ, ਵਿਗਿਆਨਮੈ, ਜਿਹਦੇ ਵਿੱਚ ਸਾਡਾ ਗਿਆਨ ਹੈ, ਸਾਡੀ ਨੌਲੇਜ ਹੈ, ਸਾਡੀ ਸਮਝ ਜਿੱਥੇ ਪਈ ਹੈ, ਚੇਤਾ ਪਿਆ, ਉਹ ਸਾਰਾ ਕੁਝ ਅੰਦਰਲਾ ਸਾਡਾ, ਉਹ ਸਾਰਾ ਕੁਝ ਉਹਨੂੰ ਵਿਗਿਆਨਮੈ ਕਹਿ ਦਿੰਦੇ ਆ। ਮਹਾਰਾਜ ਕਹਿੰਦੇ ਉਹ ਇਹ ਸਰੀਰ ਤੋਂ ਪਰੇ ਆ, ਉਹ ਇਉਂ ਜਾਣ ਲਓ ਇਹ ਸੁਪਨ ਅਵਸਥਾ 'ਚ ਕੰਮ ਕਰਦੇ ਆ। ਜਿਹੜੇ ਪ੍ਰਾਣ ਵੀ ਸੁਪਨ ਅਵਸਥਾ ਦੇ ਵਿੱਚ ਵੀ ਇਹ ਚੱਲਦੇ ਰਹਿੰਦੇ ਆ। ਸਰੀਰ ਬਿਲਕੁਲ ਕੰਮ ਨਹੀਂ ਕਰਦਾ, ਪਰ ਸੁਪਨੇ 'ਚ ਸਾਹ ਤਾਂ ਆਉਂਦੇ ਹੀ ਆ ਨਾ, ਸਾਹ ਥੋੜ੍ਹਾ ਰੁਕੇ ਹੁੰਦੇ ਉਦੋਂ। ਮਨ ਵੀ ਉਦੋਂ ਭਟਕਦਾ, ਪਿਛਲੇ ਸੰਸਕਾਰ ਵੀ ਪਿੱਛੇ ਪਏ ਰਹਿੰਦੇ ਆ। ਸੁਪਨੇ 'ਚ ਤਿੰਨੇ, ਇੱਕ ਨੂੰ ਛੱਡ ਕੇ, ਅੰਨਮੈ ਨੂੰ ਛੱਡ ਕੇ, ਮਨੋਮੈ, ਵਿਗਿਆਨਮੈ ਅਤੇ ਪ੍ਰਾਣਮੈ, ਤਿੰਨੇ ਕੋਸ਼ ਸੁਪਨ ਅਵਸਥਾ ਵਿੱਚ ਕੰਮ ਕਰਦੇ ਹਨ, ਜਾਗਰਤ ਵਿੱਚ ਨਹੀਂ। ਇਹ ਮਤਲਬ ਕਿ ਸਰੀਰ ਤੋਂ ਬਿਨਾਂ ਕੰਮ ਕਰ ਲੈਂਦੇ ਆ। ਇਹ ਸਰੀਰ 'ਚ ਵੀ ਹੁੰਦੇ, ਇਹ ਪ੍ਰਾਣ ਸਰੀਰ ਦੇ ਵਿੱਚ ਵੀ ਕੰਮ ਕਰਦੇ, ਅਤੇ ਸਰੀਰ ਤੋਂ ਬਿਨਾਂ ਵੀ ਇਹ ਤਿੰਨ ਕੰਮ ਕਰਦੇ ਹਨ। ਇਹ ਵੀ ਆਤਮਾ ਨਹੀਂ ਹਨ। ਪਰ ਮਹਾਰਾਜ ਕਹਿੰਦੇ ਇਹਨੂੰ ਆਪਣਾ ਸਰੂਪ ਨਾ ਜਾਣੋ, ਇਹਨਾਂ ਤਿੰਨਾਂ ਨੂੰ ਵੀ, ਇਹਨਾਂ ਤੋਂ ਨਿਆਰਾ, ਇਹਨਾਂ ਤੋਂ ਵੱਖਰਾ ਜਾਣੋ ਤੁਸੀਂ ਚੰਗੇ ਤਰੀਕੇ ਨਾਲ ਬਈ। ਮਹਾਰਾਜ ਕਹਿੰਦੇ ਇਹਨਾਂ ਤੋਂ ਪਰੇ ਹੈ ਜਿਹੜਾ। ਮਹਾਰਾਜ ਕਹਿੰਦੇ ਇੱਕ ਪੰਜਵਾਂ ਆਨੰਦਮੈ ਕਹਿੰਦੇ ਉਹਨੂੰ। ਜਦੋਂ ਸਾਧ ਸੰਗਤ ਅਸੀਂ ਸੌਂਦੇ ਨਾ, ਬਹੁਤ ਗੂੜੀ ਨੀਂਦੇ, ਉਦੋਂ ਬਸ ਜਾ ਕੇ ਉੱਠਦੇ ਜਦੋਂ, ਉਦੋਂ ਕਹਿੰਦੇ ਆਨੰਦ ਆਇਆ, ਬਸ ਬੜਾ ਨਜ਼ਾਰਾ ਆਇਆ। ਉਹ ਆਨੰਦਮੈ ਹੁੰਦਾ ਉਹਨੂੰ ਕੋਸ਼। ਜਦੋਂ ਜਾਂ ਕੋਈ ਅਚਨਚੇਤ ਕੋਈ ਖੁਸ਼ੀ ਹੋਵੇ, ਥੋੜ੍ਹੇ ਜਿਹੇ ਸਮੇਂ ਲਈ ਹੁੰਦੀ ਆ, ਉਹ ਸਦਾ ਤਾਂ ਨਹੀਂ ਕੋਈ ਖੁਸ਼ੀ ਰਹਿੰਦੀ ਦੁਨੀਆ ਦੀ, ਤਾਂ ਉਹ ਆਨੰਦਮੈ ਕੋਸ਼ ਹੁੰਦਾ ਹੈ। ਪਰ ਉਹ ਵੀ ਆਤਮਾ ਨਹੀਂ, ਆਤਮਾ ਤਾਂ ਸਦੀਵ ਹੈ। ਜੇ ਆਤਮਾ ਹੋਵੇ ਆਨੰਦਮੈ ਕੋਸ਼ ਤੇ ਸਦਾ ਹੀ ਬੰਦਾ ਖੁਸ਼ ਰਹੇ। ਪਰ ਸਾਧ ਸੰਗਤ ਥੋੜ੍ਹੇ ਚਿਰ ਲਈ ਕੰਮ ਕਰਦੀ, ਜਿਹੜੀ ਸੁਖੀ ਖੁਸ਼ੀ ਆਨੰਦਮੈ ਕੋਸ਼ ਹੈ। ਕਹਿੰਦੇ ਜਿਹੜਾ ਆਨੰਦਮੈ ਕੋਸ਼ ਜਿਹਨੂੰ ਕਹਿੰਦੇ, ਆਨੰਦ ਦੁਨੀਆ ਬਾਹਰਲਾ ਸੁਖੋਪਤੀ ਅਵਸਥਾ 'ਚ ਜਿਹੜਾ ਆਨੰਦ ਜਿਹਾ ਆਉਂਦਾ ਹੈ, ਸਵਾਦ ਜਿਹਾ ਆਉਂਦਾ ਸੌਂ ਕੇ, ਇਹਨੂੰ ਆਨੰਦਮੈ ਕੋਸ਼ ਕਹਿੰਦੇ। ਆਤਮਾ ਤੋਂ ਵੱਖਰਾ ਹੈ ਇਹ, ਪੰਜਵਾਂ ਪੜਦਾ ਹੈ। ਕਹਿੰਦੇ ਇਹ ਵੀ ਆਤਮਾ ਦਾ ਰੂਪ ਨਹੀਂ, ਇਹ ਜਾਣ ਲਓ ਤੁਸੀਂ। ਇਹਨਾਂ ਤੋਂ ਪਰੇ ਫਿਰ ਪੰਜਾਂ ਤੋਂ ਉਹ ਹੈ ਆਤਮਾ। ਐਨ ਇਹਨਾਂ ਪੰਜਾਂ ਤੋਂ ਪਰੇ ਜਿਹੜਾ ਸੂਖਸ਼ਮ ਸਰੀਰ ਦਾ ਵੀ ਜਿਹੜਾ ਦੇਖਦਾ, ਮਨ ਨੂੰ ਵੀ ਜਿਹੜਾ ਦੇਖਦਾ, ਪ੍ਰਾਣਾਂ ਨੂੰ ਵੀ ਦੇਖਦਾ, ਜਿਹੜਾ ਸਰੀਰ ਨੂੰ ਵੀ ਜਿਹੜਾ ਵੇਖਦਾ, ਸਾਡੇ ਅੰਦਰ ਬੈਠਾ, ਇਹਨਾਂ ਪੰਜਾਂ, ਤਿੰਨਾਂ ਸਰੀਰਾਂ, ਪੰਜਾਂ ਹੀ ਕੋਸ਼ਾਂ, ਤਿੰਨਾਂ ਹੀ ਅਵਸਥਾਵਾਂ ਤੋਂ ਪਰੇ ਹੈ ਜਿਹੜਾ। ਅਤੇ ਮਹਾਰਾਜ ਕਹਿੰਦੇ ਉਹ ਭਾਈ
ਉਹ ਅਸਲ ਆਤਮਾ ਚੇਤਨ ਸਾਖੀ ਹੈ। ਪਰ ਕਹਿੰਦੇ ਉਹ ਆਤਮਾ ਅੰਗਾਂ ਤੋਂ ਰੂਪ ਤੋਂ ਪਰੇ ਹੈ। ਉਹਦਾ ਕੋਈ ਅੰਗ ਨਹੀਂ, ਉਹਦਾ ਕੋਈ ਰੂਪ ਵੀ ਨਹੀਂ। ਕਾਲਾ ਪੀਲਾ ਹਰਾ ਚਿੱਟਾ ਲਾਲ। ਮਹਾਰਾਜ ਕਹਿੰਦੇ ਉਹ ਜਿਹੜਾ ਉੱਥੇ ਤੱਕ ਪਹੁੰਚ ਗਿਆ, ਜਾਣ ਲਿਆ ਇਸ ਸਰੀਰ ਨੂੰ, ਜਿਹੜਾ ਖੋਜ ਲਏ, ਤਨ ਦੀ ਸਮਝ ਲੱਗ ਜਾਏ, ਉਹਨੂੰ ਜੋਗੀ ਕਹਿੰਦੇ ਆ। ਬਾਣੀ 'ਚ ਜਪਜੀ ਸਾਹਿਬ 'ਚ ਲਿਖਿਆ, ਸੁਣਿਆ ਜੋਗ ਜੁਗਤ ਤਨ ਭੇਦ। ਜਦੋਂ ਬਾਣੀ ਨੂੰ ਸੁਣਾਂਗੇ, ਪਰਮਾਤਮਾ ਨਾਲ ਜੁੜਾਂਗੇ, ਫਿਰ ਤਨ ਦੇ ਸਾਰੇ ਭੇਦ ਖੁੱਲ੍ਹ ਜਾਣਗੇ। ਆ ਜਿਹੜੀਆਂ ਗੱਲਾਂ ਤੁਸੀਂ ਹੁਣ ਸੁਣ ਰਹੇ ਨਾ, ਕਈਆਂ ਨੂੰ ਸਮਝ ਵੀ ਨਹੀਂ ਲੱਗਣੀਆਂ ਇਹ। ਜੇ ਤੁਹਾਨੂੰ ਸੁਣਨ ਵਾਲਿਆਂ ਨੂੰ ਔਖੀਆਂ ਲੱਗਦੀਆਂ, ਸਾਨੂੰ ਸੁਣਾਉਣ ਵਾਲਿਆਂ ਨੂੰ ਵੀ ਔਖੀਆਂ ਤਾਂ ਲੱਗਦੀਆਂ ਵੀ ਜਦ ਸਮਝ ਨਹੀਂ ਲੱਗੇ ਕਈ ਵਾਰ ਕਈ ਗੱਲਾਂ ਦੀ ਅੱਗੇ ਸਰੋਤਿਆਂ ਨੂੰ, ਸਾਨੂੰ ਲੱਗਦਾ ਕਿ ਬਈ ਕਾਹਨੂੰ ਇਹੋ ਜਿਹਾ ਚੈਪਟਰ ਖੋਲ੍ਹਿਆ ਜਾਏ ਜਿਹੜਾ ਸਮਝ ਨਹੀਂ ਲੱਗਦਾ। ਪਰ ਕਈ ਵਾਰ ਇਉਂ ਸੋਚੀਦਾ ਵੀ ਫਿਰ ਕੀ ਹੈ, ਸਾਰਿਆਂ ਨੂੰ ਨਹੀਂ ਸਮਝ ਲੱਗਦਾ। 100 ਚੋਂ 1000 ਚੋਂ ਕੋਈ ਇੱਕ ਅੱਧਾ ਹੀ ਹੋਏ ਜਿਹਨੂੰ ਮਾੜੀ ਮੋਟੀ ਸਮਝ ਲੱਗੇ, ਜਿਹੜਾ ਇਸ ਆਤਮਿਕ ਮਾਰਗ ਦਾ ਪਾਂਧੀ ਹੋਵੇ। ਹੋ ਸਕਦਾ ਕੋਈ ਗੁਰਸਿੱਖ ਚੌਂਕੜਾ ਲਾਉਂਦਾ ਹੋਵੇ, ਸਿਮਰਨ ਕਰਦਾ ਹੋਵੇ, ਉਹ ਇਹ ਸਰੀਰ ਤੋਂ ਅੱਗੇ ਮਨ 'ਤੇ ਪਹੁੰਚਿਆ ਹੋਵੇ। ਹੋ ਸਕਦਾ ਹੈ ਉਹ ਪ੍ਰਾਣਾਂ ਦੀ ਸਾਧਨਾ ਕਰਦਾ ਹੋਵੇ, ਉਹਨੂੰ ਸਵਾਸ ਪਤਾ ਲੱਗਦੇ ਹੋਣ ਆਪਣੇ ਵੀ ਮੈਨੂੰ ਸਾਹ ਆ ਰਿਹਾ ਜਾ ਰਿਹਾ। ਹੋ ਸਕਦਾ ਹੈ ਕੋਈ ਜਾਗਰਤ ਤੋਂ ਬਾਅਦ ਸੁਪਨ ਅਵਸਥਾ ਨੂੰ ਜਾਣਨ ਲੱਗ ਗਿਆ ਹੋਵੇ, ਸੁਪਨਿਆਂ ਵਿੱਚ ਵੀ ਉਹਨੂੰ ਪਤਾ ਹੋਵੇ ਮੈਨੂੰ ਆਹ ਸੁਪਨਾ ਆ ਰਿਹਾ। ਉਹ ਸੁਪਨੇ ਵਿੱਚ ਵੀ ਜਾਗਦਾ, ਸੁਪਨੇ ਵਿੱਚ ਵੀ ਮਾੜਾ ਕੰਮ ਨਹੀਂ ਹੁੰਦਾ ਉਹਦੇ ਨਾਲ। ਬਾਣੀ 'ਚ ਲਿਖਿਆ, ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਜੋਗੀ ਕੋ ਜਰਾ ਨਾ ਮਰਨਾ। ਇਸ ਤਰ੍ਹਾਂ ਦੀ ਅਵਸਥਾ ਵਾਲਾ ਹੋਵੇ, ਉਹ ਇਹੀਆਂ ਜਿਹੀਆਂ ਗੱਲਾਂ ਲੱਭਦਾ, ਫਿਰ ਉਹ ਲੱਭਦਾ ਫਿਰਦਾ। ਚਲੋ ਹਜ਼ਾਰਾਂ 'ਚ ਇੱਕ ਅੱਧਾ ਹੁੰਦਾ ਕੋਈ, ਪਰ ਮੈਂ ਸਮਝਦਾ ਇੱਕ ਅੱਧੇ ਲਈ ਵੀ ਗੁਰੂ ਘਰ ਦੇ ਵਿੱਚੋਂ ਉਹੀ ਅਸਲ ਹੈ। ਹਜ਼ਾਰਾਂ 'ਚ ਇੱਕ ਹੈ ਜਿਹੜਾ ਉਹੀ ਅਸਲ ਹੈ, ਗੁਰੂ ਕਾ ਅਧਿਕਾਰੀ। ਉਹਨੂੰ ਵੀ ਖਾਲੀ ਨਹੀਂ ਮੁੜਨਾ ਚਾਹੀਦਾ, ਉਹਦੇ ਲਈ ਵੀ ਕਦੇ ਕਦੇ ਗੱਲ ਹੋ ਜਾਣੀ ਚਾਹੀਦੀ ਹੈ। ਭਾਵੇਂ ਜਿਹੜੀ ਸਾਖੀ ਰੂਪ ਵਿਚਾਰ ਸਹਿਜੇ ਸਭ ਨੂੰ ਸਮਝ ਲੱਗ ਜਾਂਦੀ ਹੈ, ਉਹਦਾ ਰਸ ਵੀ ਜ਼ਿਆਦਾ ਬਣਦਾ ਹੈ। ਚਲੋ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਔਖੀਆਂ ਵੀ ਨੇ, ਜਿਵੇਂ ਕਹਿ ਲਓ ਕਿ ਹਜੇ ਥੋੜ੍ਹੇ ਦਿਨ ਆਪਾਂ ਨੂੰ ਕਥਾ ਹੋਏ ਕਰਦਿਆਂ ਨੂੰ, ਅਤੇ ਪਹਿਲਾਂ ਹੀ ਇਹ ਥੋੜ੍ਹੀ ਜਿਹੀ ਡੂੰਘੀ ਜਿਹੀ ਗੱਲ ਆ ਗਈ। ਮੈਂ ਚਾਹੁੰਦਾ ਸੀ ਪਹਿਲਾਂ ਸਰੋਤੇ ਬਣ ਜਾਣ ਇਸ ਤਰ੍ਹਾਂ ਦੇ, ਫਿਰ ਅਗਲੀਆਂ ਗੱਲਾਂ ਕਰੀਏ। ਪਰ ਇਹ ਗੁਰੂ ਜੀ ਦੇ ਹੁਕਮ 'ਚ ਹੈ, ਲੜੀਵਾਰ ਕਥਾ ਆ ਜਾਏ ਅਤੇ ਛੱਡੀ ਨਹੀਂ ਨਾ ਜਾ ਸਕਦੀ। ਅਗਲੇ ਦਿਨਾਂ 'ਚ ਆਪਾਂ ਸਾਖੀ ਰੂਪ 'ਚ ਵਿਚਾਰ ਕਰਾਂਗੇ, ਪਰ ਹੁਣੇ ਜੋ ਗੱਲਾਂ ਚੱਲ ਪਈਆਂ ਇਹਨੂੰ ਵੀ ਧਿਆਨ ਅਤੇ ਪ੍ਰੇਮ ਨਾਲ ਸੁਣੋ ਜੀ। ਜਿਹੜਾ ਉਹਨੂੰ ਜਾਣ ਲਏ ਆਤਮਾ ਨੂੰ, ਜਨਮ ਅਤੇ ਮਰਨ ਤੋਂ ਬਾਹਰ ਪਰੇ ਚਲਾ ਜਾਂਦਾ ਹੈ, ਭਾਵ ਮੁਕਤ ਹੋ ਜਾਂਦਾ ਹੈ। ਉਹ ਫਿਰ ਆਤਮਿਕ ਅਵਸਥਾ ਜਿਹੜੀ, ਉੱਥੇ ਖੁਸ਼ੀ ਗਮੀ ਨਹੀਂ ਰਹਿੰਦੀ। ਸਾਡੇ ਵਰਗਾ ਬੰਦਾ ਮਾੜੀ ਜੀ ਕੋਈ ਚੀਜ਼ ਚਲੀ ਜਾਏ ਤੇ ਲਾਂਭੇ ਦੇਣੋਂ ਨਹੀਂ ਹਟਦਾ ਰੱਬ ਨੂੰ। ਕੋਈ ਮਾੜੀ ਜੀ ਚੀਜ਼ ਮਿਲ ਜਾਏ ਤੇ ਪੁੱਠੀਆਂ ਛਾਲਾਂ ਮਾਰਨ ਲੱਗ ਜਾਂਦਾ। ਬਾਣੀ 'ਚ ਲਿਖਿਆ, ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲੱਗਤ ਹੈ। ਇਹ ਰਾਗ ਦੁਐਸ਼ ਖੁਸ਼ੀ ਗਮੀ ਦੇ ਇਹ ਸਾਧ ਸੰਗਤ ਜੀ ਸਰੂਪ ਹਨ। ਇਸ ਤਰ੍ਹਾਂ ਖੁਸ਼ੀ ਅਤੇ ਗਮੀ ਦੇ ਵਿੱਚ ਜਿਹੜਾ ਬੰਦਾ ਵਿਚਰਦਾ ਹੈ, ਉਹ ਮਨ ਦਾ ਵਸ ਹੈ, ਆਤਮਾ ਤੱਕ ਨਹੀਂ ਪਹੁੰਚਿਆ ਹਜੇ। ਪਰ ਜਿਹੜੇ ਗੁਰਮੁਖ ਨੇ ਆਤਮਿਕ ਗਿਆਨ ਪ੍ਰਾਪਤ ਕਰ ਲਿਆ, ਉਹਨੂੰ ਨਾ ਰਾਗ ਮੋਹ, ਨਾ ਕਿਸੇ ਨਾਲ ਈਰਖਾ, ਨਾ ਉਹਨੂੰ ਕੋਈ ਮਾਇਆ ਦਾ ਕੋਈ ਕਿਸੇ ਤਰ੍ਹਾਂ ਦਾ ਪ੍ਰਭਾਵ ਉਹਦੇ ਉੱਤੇ ਨਹੀਂ ਪੈਂਦਾ, ਨਾ ਉਹਨੂੰ ਕਿਸੇ ਚੀਜ਼ ਦਾ ਰੋਗ ਸਤਾਉਂਦਾ, ਨਾ ਉਹਨੂੰ ਭੋਗਾਂ ਦੀ ਕੋਈ ਇੱਛਾ ਰਹਿੰਦੀ ਹੈ। ਉਹ ਕਿਹੜੀ ਚੀਜ਼ ਆ? ਉਹ ਆਤਮਾ, ਆਤਮਿਕ ਤਲ 'ਤੇ ਵਿਚਰਨ ਵਾਲਾ। ਉਹ 'ਤੇ ਫਿਰ ਆਤਮਾ ਦਾ ਜਿਹੜਾ ਸਰੂਪ, ਸਿਰਫ 3 ਚੀਜ਼ਾਂ ਲਿਖੀਆਂ ਨੇ। ਸੱਤ ਜਿਹੜੀ ਉਹ ਸੱਚ ਹੈ, ਬਸ ਹੈ। ਚੇਤਨ, ਉਹ ਕੋਈ ਜੜ ਚੀਜ਼ ਨਹੀਂ ਹੈ। ਆਨੰਦ, ਆਨੰਦ ਰੂਪ ਹੈ, ਬਸ ਉੱਤੇ ਸੁਖੇ ਸੁਖ ਹੈ, ਬਸ ਇਉਂ ਕਿਹਾ ਜਾ ਸਕਦਾ ਹੈ। ਕਹਿੰਦੇ ਜਿਹਨੇ ਵੀ ਆਪਣਾ ਇਸ ਤਰ੍ਹਾਂ ਦਾ ਰੂਪ ਜਾਣ ਲਿਆ ਭਾਈ ਗੁਰਸਿੱਖੋ, ਉਹਨੂੰ ਗੁਰਮੁਖ ਨੂੰ ਕੋਈ ਵਿਕਾਰ ਨਹੀਂ ਲੱਗਦਾ।
ਉਹਦੇ ਲਈ ਆ ਜੋ ਕੁਝ ਹੈ ਸਾਰਾ ਕੁਝ ਕਲਪਨਾ ਹੀ ਲੱਗਦੀ ਹੈ, ਬਸ ਸੁਪਨਾ ਹੀ ਉਹਨੂੰ ਲੱਗਦਾ ਹੈ। ਜਿਵੇਂ ਅਗਿਆਨ ਦੇ ਨਾਲ ਰੱਸੀ ਪਈ ਹੋਵੇ ਅਤੇ ਰੱਸੀ ਕਈ ਵਾਰ ਥੋੜ੍ਹੇ ਜਿਹੇ ਸਮਾਨ ਅੰਧਕਾਰ ਹਨੇਰਾ ਜਾਂ ਥੋੜ੍ਹਾ ਜਿਹਾ ਚਾਨਣ ਹੋਵੇ, ਲੱਗਦਾ ਬਈ ਸੱਪ ਪਿਆ। ਕਈ ਵਾਰ ਲੱਗਦਾ ਰੱਸੀ ਹੈ ਜੀ, ਕਈ ਵਾਰ ਸੱਪ ਹੈ, ਕਈ ਵਾਰ ਲੱਗਦਾ ਨਹੀਂ ਨਹੀਂ ਵੀ ਧਰਤੀ ਪਾਟੀ ਹੋਈ ਦਰਾਰ ਹੈ, ਹੁੰਦੀ ਰੱਸੀ ਹੈ। ਹਨੇਰੇ 'ਚ ਇਉਂ ਲੱਗਦਾ ਹੈ, ਇਉਂ ਜਦੋਂ ਹਨੇਰਾ ਹੁੰਦਾ ਹੈ ਅਤੇ ਰੱਸੀ ਪਈ ਤੋਂ ਸੱਪ ਲੱਗਦਾ ਹੈ, ਬੰਦਾ ਡਰਦਾ ਹੈ। ਕੋਈ ਉਹਨੂੰ ਮੰਨਦਾ ਮਾਲਾ ਪਈ ਹੈ, ਕੋਈ ਹੋਰ ਚੀਜ਼ ਪਈ ਹੈ, ਕੋਈ ਕਹਿੰਦਾ ਨਹੀਂ ਨਹੀਂ ਨਾ ਸੱਪ ਹੈ ਨਾ ਰੱਸੀ ਹੈ, ਤੇ ਧਰਤੀ ਕਿਤੋਂ ਦਰਾਰ ਪਈ ਹੈ, ਪਾਟੀ ਹੋਈ ਹੈ। ਜਦੋਂ ਕਿਤੇ ਸੂਰਜ ਚੜ੍ਹਦਾ ਸਾਧ ਸੰਗਤ, ਉਦੋਂ ਪਤਾ ਲੱਗਦਾ ਉਹ ਤਾਂ ਰੱਸੀ ਹੈ। ਉਹਨੂੰ ਪਤਾ ਲੱਗਦਾ ਤੇ ਰੱਸੀ ਹੈ, ਨਾ ਸੱਪ ਹੈ, ਨਾ ਧਰਤੀ ਪਾਟੀ ਹੈ, ਨਾ ਕੁਝ ਹੋਰ ਹੈ। ਇੱਦਾਂ ਹੀ ਗੁਰਮੁਖ ਹੈ, ਜਦੋਂ ਆਤਮਿਕ ਅਵਸਥਾ 'ਚ ਪਹੁੰਚ ਜਾਂਦਾ, ਜਾਗ ਜਾਂਦਾ ਹੈ, ਉਹਦੇ ਭਰਮ ਟੁੱਟ ਜਾਂਦੇ, ਕਲਪਨਾਵਾਂ ਮੁੱਕ ਜਾਂਦੀਆਂ ਹਨ। ਇੱਦਾਂ ਹੀ ਸਾਧ ਸੰਗਤ ਜੀ, ਜਿਹੜਾ ਅਗਿਆਨ ਹੈ ਨਾ, ਅਗਿਆਨ ਇਹੀ ਸੰਸਾਰ ਬਣਾਈ ਬੈਠਾ ਹੈ। ਜਦੋਂ ਆਤਮਿਕ ਅਵਸਥਾ, ਆਤਮਿਕ ਗਿਆਨ ਹੋ ਗਿਆ, ਉਦੋਂ ਨਸ਼ਟ ਹੋ ਜਾਂਦੀਆਂ ਇਹ ਗੱਲਾਂ। ਹੋਏ ਗਿਆਨ ਯਥਾਰਥ ਤਾਹੀਂ। ਮਹਾਰਾਜ ਕਹਿੰਦੇ ਭਾਈ, ਕਹਿੰਦੇ ਜਿਹਨੂੰ ਗਿਆਨ ਹੋ ਜਾਂਦਾ ਹੈ ਨਾ, ਬਸ ਉਹਨੂੰ ਕਿਰਪਾ ਹੋ ਜਾਂਦੀ। ਇੱਦਾਂ ਸਮਝਾ ਕੇ ਗੁਰੂ ਜੀ ਨੇ ਆਪਣੇ ਸਿੱਖਾਂ 'ਤੇ ਕਿਰਪਾ ਦ੍ਰਿਸ਼ਟੀ ਕੀਤੀ। ਆਪਣੇ ਦਾਸਾਂ ਦੀ, ਸੇਵਕਾਂ ਦੇ ਸਾਰੀ ਅਵਿਦਿਆ ਅਗਿਆਨਤਾ ਕੱਟ ਦਿੱਤੀ, ਔਰ ਸਾਰੀਆਂ ਚੀਜ਼ਾਂ ਦਾ ਉਹਨਾਂ ਨੂੰ ਜਿਹੜਾ ਅੰਦਰ ਸਰੀਰ ਦੇ ਵਰਤਦੀਆਂ ਨੇ ਗਿਆਨ ਦੇ ਦਿੱਤਾ। ਅਸੀਂ ਵੀ ਇਹ ਚੀਜ਼ਾਂ ਨੂੰ ਜਾਣਿਆ ਪਿਛਲੇ 2-3 ਦਿਨਾਂ ਵਿੱਚ। ਸੋ ਅੱਗੇ ਹੋਰ ਕੁਝ ਵਿਚਾਰਾਂ ਆਉਣਗੀਆਂ ਇਤਿਹਾਸਕ, ਆਪਾਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਇਹ ਚੀਜ਼ਾਂ ਅਗਰ ਸਮਝ ਪੈਂਦੀਆਂ ਤਾਂ ਵੀ ਠੀਕ, ਕਈ ਵਾਰ ਇਹ ਚੀਜ਼ਾਂ ਨਹੀਂ ਸਮਝ ਪੈਂਦੀਆਂ। ਅੱਕਣਾ ਨਹੀਂ, ਥੱਕਣਾ ਨਹੀਂ, ਵਾਰ-ਵਾਰ ਸੁਣੋ, ਵਾਰ-ਵਾਰ ਵਿਚਾਰ ਕਰੋ, ਪੁੱਛ ਲਓ, ਅਤੇ ਫਿਰ ਸਮਝ ਲੱਗਣ ਲੱਗ ਜਾਏਗੀ। ਫਿਰ ਇਹਨਾਂ ਚੀਜ਼ਾਂ 'ਚੋਂ ਰਸ ਆਉਣ ਲੱਗ ਜਾਏਗਾ। ਅਭਿਆਸੀ ਹੋਵੋ, ਸਿਮਰਨ ਕਰੋ। ਜਦੋਂ ਸਿਮਰਨ ਨਾਲ ਜੁੜਾਂਗੇ ਫਿਰ ਇਹ ਚੀਜ਼ਾਂ ਦਾ ਪਤਾ ਹੀ ਲੱਗਣ ਲੱਗ ਜਾਏਗਾ ਆਪਣੇ ਆਪ। ਸੋ ਇੱਦਾਂ ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਸਮਝਾਇਆ। ਰਹਿੰਦੇ ਵਿਚਾਰ ਕੱਲ੍ਹ ਨੂੰ ਸੁਣਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸ਼ੀ ਅਗਨਾਸ਼, ਹੈ ਪੂਰਨ, ਹੈ ਸਰਬ ਮੈਂ ਦੁਖ ਭੰਜਨ ਗੁਣ